ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫੋਰ ਐਲਵਸ। ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਸਟੱਡੀ ਫੋਰ ਐਲਵਸ ਦੇ ਉੱਪਰ। ਅੱਜ ਅਸੀਂ ਸਟਾਰਟ ਕਰਾਂਗੇ ਆਰਗੈਨਿਕ ਕੰਪਾਊਂਡਸ ਕੰਟੇਨਿੰਗ ਆਕਸੀਜਨ, ਠੀਕ ਹੈ, ਜਿਸ ਨੂੰ ਅਲਕੋਹਲ, ਫਿਨੋਲ ਐਂਡ ਈਥਰਸ ਵੀ ਕਿਹਾ ਜਾਂਦਾ ਹੈ। ਅਤੇ ਇਹਦੇ ਵਿੱਚ ਅਸੀਂ ਅੱਜ ਦਾ ਫਸਟ ਸੈਸ਼ਨ ਜਿਹੜਾ ਸਟਾਰਟ ਕਰਾਂਗੇ, ਦਾ ਫਸਟ ਲੈਕਚਰ ਸਟਾਰਟ ਕਰਾਂਗੇ। ਔਰ ਜੋ ਅੱਜ ਦੀ ਟੈਗ ਲਾਈਨ ਹੈ ਦੈਟ ਇਜ਼ #kill master cadre, ਠੀਕ ਹੈ ਜੀ। ਸੋ ਸਟਾਰਟ ਕਰਦੇ ਇਹਦੇ ਨਾਲ ਅੱਜ ਦਾ ਟੌਪਿਕ ਆਪਾਂ, ਦੈਟ ਇਜ਼ ਪ੍ਰੈਪਰੇਸ਼ਨ ਮੈਥਡਸ ਆਫ ਐਲਕੋਹਲਸ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਐਲਕੋਹਲਸ ਨੂੰ ਤੁਸੀਂ ਪ੍ਰਪੇਅਰ ਕਰਨਾ ਹੈ, ਠੀਕ ਹੈ ਨਾ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਅਲਕੋਹਲ ਦਾ ਫਾਰਮੂਲਾ ਪਤਾ ਹੋਣਾ ਚਾਹੀਦਾ ਹੈ। ਅਲਕੋਹਲ ਦਾ ਫਾਰਮੂਲਾ ਹੁੰਦਾ ਹੈ ਦੈਟ ਇਜ਼ ROH, ਠੀਕ ਹੈ। ਆਰ ਕੀ ਹੈ? ਆਰ ਇੱਥੇ ਹੈਗਾ ਗਰੁੱਪ, ਕਿਹੜਾ? ਐਲਕਾਈਲ ਗਰੁੱਪ, ਓਕੇ। ਐਲਕਾਈਲ ਵੀ ਹੋ ਸਕਦਾ ਹੈ। ਐਲਕਾਈਲ ਦੇ ਵਿੱਚ ਕਿੱਦਾਂ ਕਿੱਦਾਂ ਆ ਜਾਂਦਾ? ਮਿਥਾਈਲ ਹੋ ਗਿਆ, ਹੈ ਨਾ, ਇਥਾਈਲ ਹੋ ਗਿਆ, ਓਕੇ, ਪ੍ਰੋਪਾਈਲ ਹੋ ਗਿਆ। ਸੋ ਇਸ ਤਰੀਕੇ ਦੇ ਗਰੁੱਪਸ ਜੋ ਲੱਗੇ ਹੁੰਦੇ ਨੇ ਉਹ ਆਰ ਹੁੰਦੇ ਨੇ। ਐਂਡ ਇੱਕ ਕੰਪਲੀਟ ਫਾਰਮੂਲਾ ਹੁੰਦਾ ਹੈ ਅਲਕੋਹਲ ਦਾ, ਓਕੇ। ਬੇਸਿਕ ਅਲਕੋਹਲ ਦਾ ਫਾਰਮੂਲਾ ਮੈਂ ਤੁਹਾਨੂੰ ਦੱਸਤਾ। ਅਤੇ ਅਸੀਂ ਇਹਦੇ ਮੇਨ ਜਿਹੜੇ ਨੇ ਪ੍ਰੈਪਰੇਸ਼ਨ ਮੈਥਡ ਕਰਾਂਗੇ, ਓਕੇ, ਬੜੇ ਬਰੀਫਲੀ ਤਰੀਕੇ ਨਾਲ ਕਰਾਂਗੇ। ਸੋ ਫਸਟ ਹੈਗਾ ਕਿ ਹੈਲੋ ਅਲਕੇਨ ਤੋਂ ਅਸੀਂ ਕਿੱਦਾਂ ਪ੍ਰਪੇਅਰ ਕਰਦੇ ਹਾਂ ਅਲਕੋਹਲ। ਤਾਂ ਤੁਸੀਂ ਕੀ ਕਰਨਾ ਹੈ, ਹੈਲੋ ਅਲਕੇਨ ਲੈ ਲੈਣਾ ਕੋਈ ਵੀ। ਹੈਲੋ ਅਲਕੇਨ ਅਸੀਂ ਆਲਰੇਡੀ ਚੈਪਟਰ ਕਰ ਚੁੱਕੇ ਹਾਂ। ਅਤੇ ਹੈਲੋ ਅਲਕੇਨ ਦਾ ਫਾਰਮੂਲਾ ਕੀ ਹੁੰਦਾ? ਦੈਟ ਇਜ਼ RX। ਇਹਦੇ ਵਿੱਚ ਤੁਸੀਂ ਕੀ ਐਡ ਕਰਨਾ? ਦੈਟ ਇਜ਼ KOH, ਓਕੇ। ਇਸ R ਦੇ ਨਾਲ ਜੋ ਹੈ ਇਹ OH ਲੱਗ ਜਾਏਗਾ ਅਤੇ ਸਾਡੇ ਕੋਲ ਕੀ ਪ੍ਰਪੇਅਰ ਹੋ ਜਾਏਗਾ? ਅਲਕੋਹਲ। ਐਂਡ ਜੋ ਇਹ K ਰਿਮੇਨਿੰਗ ਰਹਿ ਗਿਆ ਇਹ ਇਸ X ਦੇ ਨਾਲ ਕੀ ਹੋ ਜਾਏਗਾ? ਅਟੈਚ ਹੋ ਜਾਏਗਾ, ਓਕੇ। ਮੀਨਸ ਇਹਦੇ ਵਿੱਚ ਡਿਸਪਲੇਸਮੈਂਟ ਹੋ ਜਾਏਗੀ, ਓਕੇ। ਸੋ ਇਹਦੇ ਨਾਲ ਤੁਸੀਂ ਕੀ ਹੈ, ਅਲਕੋਹਲ ਪ੍ਰਪੇਅਰ ਕਰ ਸਕਦੇ ਹੋ। ਤਾਂ ਕੁਐਸਚਨ ਕੀ ਬਣਦਾ ਹੈ? ਕੁਐਸਚਨ ਬਣਦਾ ਹੈ, ਆਹ ਰਿਐਕਸ਼ਨ ਵੀ ਤੁਸੀਂ ਦੇਖ ਸਕਦੇ ਹੋ। ਕੁਐਸਚਨ ਕੀ ਬਣਦਾ ਹੈ ਕਿ ਜੋ ਇਹ ਤੁਸੀਂ ਹੈਲੋ ਅਲਕੇਨ ਲੈ ਰਹੇ ਹੋ, ਦਿਸ ਹੈਲੋ ਅਲਕੇਨ, ਓਕੇ, ਜੇ ਤਾਂ ਇਹ 1 ਡਿਗਰੀ ਹੈ ਤਾਂ ਇਹ ਸਾਨੂੰ ਵਧੀਆ ਅਲਕੋਹਲ ਜਿਹੜੀ ਹੈ ਇਹਦਾ ਅੱਛਾ ਪ੍ਰੋਡਕਟ ਦਿੰਦੀ ਹੈ। ਬਟ ਜੇਕਰ ਅਸੀਂ 2 ਡਿਗਰੀ ਹੈਲੋ ਅਲਕੇਨ ਯੂਜ਼ ਕਰਦੇ ਹਾਂ ਤਾਂ ਉਹਦੇ ਨਾਲ ਸਾਡੇ ਕੋਲ ਮਿਕਸਚਰ ਬਣਦਾ ਹੈ। ਅਲਕੋਹਲ ਤਾਂ ਬਣੂਗੀ ਬਟ ਨਾਲ ਐਲਕੀਨ ਵੀ ਬਣਦੀ ਹੈ, ਠੀਕ ਹੈ ਜੀ। ਅਤੇ ਜੇਕਰ ਅਸੀਂ 3 ਡਿਗਰੀ ਅਲਕੋਹਲ 3 ਡਿਗਰੀ ਹੈਲੋ ਅਲਕੇਨ ਲੈਂਦੇ ਹਾਂ ਤਾਂ ਉਹਦੇ ਵਿੱਚ ਕੀ ਬਣਦਾ? ਦੈਟ ਇਜ਼ ਐਲਕੀਨ, ਓਕੇ। ਸੋ ਇਹ ਸੀਗਾ ਹੈਲੋ ਅਲਕੇਨਸ ਤੋਂ ਕਿੱਦਾਂ ਪ੍ਰਪੇਅਰ ਕੀਤੇ ਜਾ ਸਕਦੇ ਨੇ ਹੈਲੋ ਅਲਕੇਨ, ਸੌਰੀ ਅਲਕੋਹਲਸ। ਹੁਣ ਅਸੀਂ ਗੱਲ ਕਰਦੇ ਹਾਂ ਰਿਡਕਸ਼ਨ ਦੀ। ਦੇਖੋ ਰਿਡਕਸ਼ਨ ਦੇ ਵਿੱਚ ਰਿਡਕਸ਼ਨ ਰਿਐਕਸ਼ਨਸ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਫੈਕਟਸ ਪਤਾ ਹੋਣੇ ਚਾਹੀਦੇ ਨੇ। ਪਹਿਲਾਂ ਆਪਾਂ ਫੈਕਟਸ ਦੀ ਗੱਲ ਕਰ ਲੈਂਦੇ ਹਾਂ, ਠੀਕ ਹੈ ਨਾ। ਜਦੋਂ ਵੀ ਰਿਡਕਸ਼ਨ ਵਾਲੀਆਂ ਰਿਐਕਸ਼ਨਸ ਹੋਣਗੀਆਂ ਤੁਸੀਂ ਇਹ ਯਾਦ ਰੱਖਣਾ ਹੈ ਕਿ ਰਿਡਕਸ਼ਨ ਦੇ ਵਿੱਚ ਇੱਕ ਤਾਂ ਯੂਜ਼ ਹੁੰਦੇ ਨੇ ਰਿਡਿਊਸਿੰਗ ਏਜੰਟਸ, ਓਕੇ। ਤੁਸੀਂ ਅਲਕੋਹਲਸ ਪ੍ਰਪੇਅਰ ਕਰਨੇ ਨੇ ਤਾਂ ਕੋਈ ਐਸੇ ਮਤਲਬ ਤੁਸੀਂ ਯੂਜ਼ ਕਰੋਗੇ ਰਿਐਕਟੈਂਟਸ ਜਿਨ੍ਹਾਂ ਨੂੰ ਤੁਸੀਂ ਕੀ ਕਰੋਗੇ? ਰਿਡਿਊਸਿੰਗ ਏਜੰਟਸ ਉਹਦੇ ਵਿੱਚ ਐਡ ਕਰਕੇ, ਮੀਨਸ ਉਹਦੀ ਰਿਡਕਸ਼ਨ ਕਰਕੇ, ਠੀਕ ਹੈ ਨਾ, ਤੁਸੀਂ ਕੀ ਤਿਆਰ ਕਰੋਗੇ? ਐਲਕੋਹਲ। ਸੋ ਸਭ ਤੋਂ ਪਹਿਲਾਂ ਕੁਝ ਫੈਕਟਸ ਲਰਨ ਕਰ ਲਓ, ਫਿਰ ਜਿਹੜੀਆਂ ਰਿਐਕਸ਼ਨਸ ਨੇ ਉਹ ਈਜ਼ੀ ਰਹਿਣਗੀਆਂ। ਇਹਦੇ ਵਿੱਚ ਕੀ ਹੋਏਗਾ? ਦੇਖੋ ਜੇਕਰ ਰਿਡਕਸ਼ਨ ਅਸੀਂ ਕਰ ਰਹੇ ਹਾਂ, ਠੀਕ ਹੈ, ਰਿਡਕਸ਼ਨ ਕਰ ਰਹੇ ਹਾਂ, ਰਿਡਕਸ਼ਨ ਦੇ ਵਿੱਚ ਜੇਕਰ CHO ਹੈ, ਆਫਟਰ ਰਿਡਕਸ਼ਨ ਉਹ ਕਨਵਰਟ ਹੋ ਜਾਂਦਾ। ਇਹ ਗੱਲ ਤੁਸੀਂ ਯਾਦ ਰੱਖਣੀ ਹੈ, CH2OH, ਠੀਕ ਹੈ ਜੀ। ਇਹਨੂੰ ਨੋਟ ਕਰ ਲਓ। ਅਗਰ ਤੁਹਾਡੇ ਕੋਲ ਇਹ ਵਾਲਾ ਗਰੁੱਪ ਹੈ, ਇਹ ਕਨਵਰਟ ਹੋ ਜਾਂਦਾ ਹੈ, ਮਤਲਬ CO ਜਿਹੜਾ ਗਰੁੱਪ ਤੁਹਾਨੂੰ ਦਿਖ ਰਿਹਾ ਹੈ ਇਹ ਕਾਹ 'ਚ ਕਨਵਰਟ ਹੋ ਜਾਂਦਾ ਹੈ? CHOH 'ਚ ਕਨਵਰਟ ਹੋ ਜਾਂਦਾ ਹੈ। ਇਹ ਵੀ ਤੁਸੀਂ ਨੋਟ ਕਰ ਲਓ। ਅਤੇ ਅਗਰ COOH ਗਰੁੱਪ ਹੈ ਉਹ ਕਾਹ 'ਚ ਕਨਵਰਟ ਹੋ ਜਾਂਦਾ ਹੈ? ਦੈਟ ਇਜ਼ CH2OH ਦੇ ਵਿੱਚ, ਓਕੇ, ਜਿਸ ਨੂੰ ਅਸੀਂ ਕੀ ਕਹਿੰਦੇ ਹਾਂ? ਕਾਰਬੋਕਸਿਲਿਕ ਐਸਿਡਸ। ਐਂਡ ਜੇਕਰ ਤੁਹਾਡੇ ਕੋਲ ਇਹ ਵਾਲਾ ਗਰੁੱਪ ਹੈ RCOOR- ਵਾਲਾ ਗਰੁੱਪ ਹੈ ਤਾਂ ਉਹ ਕਾਹਦੇ 'ਚ ਕਨਵਰਟ ਹੋ ਜਾਊਗਾ? CH2OH plus OH, ਓਕੇ। ਐਸਟਰਸ ਦੇ ਵਿੱਚ, ਐਸਟਰਸ ਤੋਂ ਕੱਢਿਆ ਆਪਾਂ ਨੇ, ਮੀਨਸ ਜਿਹੜੇ ਇਹ ਨੇ ਐਲਡੇਹਾਈਡ ਤੋਂ ਤੁਸੀਂ ਅਲਕੋਹਲ ਤਿਆਰ ਕਰ ਰਹੇ ਹੋ। ਐਂਡ ਸੈਕਿੰਡ ਕੀ ਹੈ ਤੁਹਾਡੇ ਕੋਲ? ਦੇਖੋ ਐਲਡੇਹਾਈਡ ਦੀ ਰਿਡਕਸ਼ਨ ਕਰ ਦਿਓ, ਅਲਕੋਹਲ ਪ੍ਰਪੇਅਰ ਹੋ ਜੂ, ਓਕੇ। ਅਗਰ ਤੁਸੀਂ ਕੀਟੋਨ ਦੀ ਰਿਡਕਸ਼ਨ ਕਰਦੇ ਹੋ ਫਿਰ ਵੀ ਅਲਕੋਹਲ ਪ੍ਰਪੇਅਰ ਹੋ ਜੂ। ਜੇਕਰ ਤੁਸੀਂ ਕਾਰਬੋਕਸਿਲਿਕ ਐਸਿਡਸ ਦੀ ਕਰਦੇ ਹੋ ਰਿਡਕਸ਼ਨ ਤਾਂ ਉਹ ਵੀ ਕਿਹਦੇ ਵਿੱਚ ਕਨਵਰਟ ਹੋ ਜੂ? ਅਲਕੋਹਲ ਦੇ ਵਿੱਚ। ਐਂਡ ਜੇਕਰ ਐਸਟਰਸ ਦੀ ਕਰਦੇ ਹੋ ਉਹ ਵੀ ਕਿਹਦੇ ਵਿੱਚ ਕਨਵਰਟ ਹੋ ਜੂਗਾ? ਅਲਕੋਹਲਸ। ਅਲਕੋਹਲਸ ਦੀ ਕੀ ਪਹਿਚਾਣ ਹੈ? OH ਗਰੁੱਪ ਤਾਂ ਸਾਰਿਆਂ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ, ਹੈ ਨਾ, OH ਗਰੁੱਪ ਲੱਗਿਆ ਹੋਇਆ। ਮੀਨਸ ਅਗਰ ਤੁਸੀਂ ਇਹ ਗਰੁੱਪਸ ਦੀ ਕੀ ਕਰ ਦਿੰਦੇ ਹੋ? ਰਿਡਕਸ਼ਨ ਕਰ ਦਿੰਦੇ ਹੋ, ਤੁਹਾਡੇ ਕੋਲ ਜਿਹੜਾ ਹੈ ਅਲਕੋਹਲ ਪ੍ਰਪੇਅਰ
ਹੋ ਜਾਊਗਾ। ਇਹੀ ਤਾਂ ਅਸੀਂ ਕਰ ਰਹੇ ਹਾਂ, ਹਾਊ ਟੂ ਪ੍ਰਪੇਅਰ ਦਾ ਅਲਕੋਹਲਸ। ਓਕੇ, ਹੁਣ ਇਹਨੂੰ ਕਰਕੇ ਦੇਖਦੇ ਹਾਂ। ਔਰ ਰਿਡਿਊਸਿੰਗ ਏਜੰਟਸ ਕਿਹੜੇ ਯੂਜ਼ ਕਰਨੇ ਨੇ ਉਹ ਇੱਥੇ ਲਿਖੇ ਹੋਏ ਨੇ, ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਰਿਡਿਊਸਿੰਗ ਏਜੰਟ ਤੁਹਾਨੂੰ ਐਗਜ਼ਾਮ ਦੇ ਵਿੱਚ ਲਿਖਿਆ ਹੋ ਸਕਦਾ, ਇਹ ਤੁਸੀਂ ਇੱਕ ਵਾਰੀ ਦੇਖ ਲਓ ਕਿ ਕਿਹੜੇ ਕਿਹੜੇ ਰਿਡਿਊਸਿੰਗ ਏਜੰਟਸ ਹੁੰਦੇ ਨੇ। ਠੀਕ ਹੈ ਨਾ, ਇੱਕ ਤਾਂ ਇਹ ਹੁੰਦਾ H2 ਇਨ ਦੀ ਪ੍ਰੈਜ਼ੈਂਸ ਆਫ ਨਿਕਲ, ਪਲੈਟੀਨਮ। ਦੂਸਰਾ ਹੁੰਦਾ ਸੋਡੀਅਮ, ਠੀਕ ਹੈ ਨਾ, ਸੋਡੀਅਮ ਇਨ ਇਥੇਨॉल ਕਹਿ ਸਕਦੇ ਹੋ। ਥਰਡ ਵਨ ਜਿਹੜੇ ਨੇ ਦੋਨੋਂ ਹੁੰਦੇ ਨੇ ਲਿਥੀਅਮ ਤੇ ਸੋਡੀਅਮ ਵਾਲੇ। ਓਕੇ ਜੀ, ਸੋ ਇਹਨਾਂ ਦੇ ਵਿੱਚੋਂ ਕੋਈ ਵੀ ਰਿਡਿਊਸਿੰਗ ਏਜੰਟ ਅਸੀਂ ਯੂਜ਼ ਕਰ ਸਕਦੇ ਹਾਂ। ਹੁਣ ਆ ਜਾਓ ਰਿਐਕਸ਼ਨਸ ਤੇ। ਸਭ ਤੋਂ ਪਹਿਲੀ ਗੱਲ ਅਸੀਂ ਕੀ ਲੈ ਰਹੇ ਹਾਂ, ਐਲਡੀਹਾਈਡਸ ਲੈ ਰਹੇ ਹਾਂ। ਕੋਈ ਵੀ ਐਲਡੀਹਾਈਡ ਲੈ ਲਓ। ਐਲਡੀਹਾਈਡ ਦੀ ਕੀ ਪਹਿਚਾਣ ਹੁੰਦੀ ਹੈ, ਕੀ ਲੱਗਿਆ ਹੁੰਦਾ CHO। ਤੁਸੀਂ ਐਲਡੀਹਾਈਡ ਲਿਆ, ਉਹਦੇ ਵਿੱਚ ਕੀ ਐਡ ਕਰਤਾ, ਰਿਡਿਊਸਿੰਗ ਏਜੰਟ ਐਡ ਕਰਤਾ। ਰਿਡਿਊਸਿੰਗ ਏਜੰਟ ਤੋਂ ਬਾਅਦ ਮੈਂ ਦੱਸਿਆ ਸੀ ਨਾ ਉੱਪਰ ਰਿਡਕਸ਼ਨ ਕਰ ਰਹੇ ਹਾਂ ਆਪਾਂ ਸਾਰੇ ਕਿਤੇ, ਰਿਡਕਸ਼ਨ ਕਰਾਂਗੇ CHO ਗਰੁੱਪ ਕਾਹ 'ਚ ਕਨਵਰਟ ਹੋ ਜਾਂਦਾ ਹੈ, CH2OH ਦੇ ਵਿੱਚ। ਵੈਰੀ ਈਜ਼ੀ। ਤਾਂ ਤੁਸੀਂ ਦੇਖ ਸਕਦੇ ਹੋ ਇਹ ਐਲਡੀਹਾਈਡ ਹੈ, ਇੱਥੇ ਆ ਜਾਊਗਾ ਰਿਡਿਊਸਿੰਗ ਏਜੰਟ। ਓਕੇ, ਇੱਥੇ ਕੀ ਆ ਜਾਊਗਾ, ਦੈਟ ਇਜ਼ CHO ਕਾਹਦੇ 'ਚ ਕਨਵਰਟ ਹੋ ਗਿਆ, CH2OH। ਔਰ ਇਹਨਾਂ ਨੂੰ ਕਹਿੰਦੇ ਨੇ ਜੀ ਪ੍ਰਾਇਮਰੀ ਅਲਕੋਹਲ। ਤਾਂ ਪੇਪਰ ਦੇ ਵਿੱਚ ਤੁਹਾਨੂੰ ਇਹ ਰਿਐਕਸ਼ਨ ਜਿਹੜੀ ਹੈ ਬਿਲਕੁਲ ਲਿਖੀ ਆ ਸਕਦੀ ਹੈ, ਐਲਡੀਹਾਈਡ ਦੇ ਵਿੱਚ ਰਿਡਿਊਸਿੰਗ ਏਜੰਟ ਪਾਇਆ ਹੋ ਸਕਦਾ ਹੈ। ਤੇ 1 ਡਿਗਰੀ ਅਲਕੋਹਲ ਆਪਸ਼ਨ 'ਚ ਆ ਜਾਏਗਾ, 1 ਡਿਗਰੀ ਅਲਕੋਹਲ ਪ੍ਰਪੇਅਰ ਕਰਦੇ ਨੇ, ਜਾਂ 2 ਡਿਗਰੀ ਪ੍ਰਪੇਅਰ ਕਰਦੇ ਨੇ, ਜਾਂ 3 ਡਿਗਰੀ। ਵੈਰੀ ਸਿੰਪਲ। ਜਿਹੜੇ ਕੀਟੋਨ ਹੁੰਦੇ ਨੇ, ਓਕੇ, ਕੀਟੋਨ ਜਿਹੜੇ ਨੇ ਐਲਡੀਹਾਈਡ ਤੋਂ ਬਾਅਦ ਕੀਟੋਨ ਆ ਗਏ, ਇਹਦੇ ਵਿੱਚ ਕਿਹੜਾ ਗਰੁੱਪ ਹੁੰਦਾ, CO ਗਰੁੱਪ ਹੁੰਦਾ। ਉੱਪਰ ਮੈਂ ਤੁਹਾਨੂੰ ਦੱਸਿਆ ਸੀ ਕਿ ਜੋ CO ਗਰੁੱਪ ਹੈ ਉਹ ਕਾਹ 'ਚ ਕਨਵਰਟ ਹੋ ਜਾਂਦਾ ਹੈ, CHOH ਦੇ ਵਿੱਚ। ਤੇ ਇਹ ਪ੍ਰਪੇਅਰ ਕਰਦੇ ਨੇ ਜੀ 2 ਡਿਗਰੀ। ਕਿਵੇਂ ਪਤਾ ਲੱਗਿਆ, CH3 ਦੋ ਐਲਕਾਈਲ ਗਰੁੱਪਸ ਆਰ ਦੇਅਰ, ਸੋ ਇਸ ਕਰਕੇ ਕੀ ਹੋਏਗਾ, ਇਹਨੂੰ ਕੀ ਕਹਿੰਦੇ ਆਪਾਂ, 2 ਡਿਗਰੀ ਅਲਕੋਹਲ। ਨੈਕਸਟ ਆ ਜਾਂਦਾ ਕਾਰਬੋਕਸਿਲਿਕ ਐਸਿਡਸ। ਕਾਰਬੋਕਸਿਲਿਕ ਐਸਿਡਸ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਕੀ ਹੁੰਦਾ ਹੈਗਾ, CH3COOH ਐਂਡ ਰਿਡਿਊਸਿੰਗ ਏਜੰਟ ਤੁਸੀਂ ਯੂਜ਼ ਕਰ ਸਕਦੇ ਹੋ। ਤੇ ਕਿਹਦੇ 'ਚ ਕਨਵਰਟ ਹੋ ਗਿਆ, ਮੇਨ COOH ਕਾਹਦੇ 'ਚ ਕਨਵਰਟ ਹੋ ਗਿਆ, CH2OH ਦੇ ਵਿੱਚ। ਉੱਪਰ ਵਾਲੇ ਫੈਕਟਸ ਲਰਨ ਨੇ ਤਾਂ ਰਿਐਕਸ਼ਨਸ ਬਿਲਕੁਲ ਵੀ ਡਿਫਿਕਲਟ ਨਹੀਂ ਹੈਗੇ। ਤਾਂ ਇਹ ਵੀ ਕੀ ਪ੍ਰਪੇਅਰ ਕਰਦਾ, ਆਲਸੋ ਪ੍ਰਾਇਮਰੀ ਅਲਕੋਹਲ। ਠੀਕ ਹੈ ਜੀ, ਐਲਡੀਹਾਈਡਸ ਕਰਦੇ ਨੇ 1 ਡਿਗਰੀ, ਕੀਟੋਨ 2 ਡਿਗਰੀ, ਕਾਰਬੋਕਸਿਲਿਕ ਐਸਿਡ ਅਗੇਨ 1 ਡਿਗਰੀ। ਸੋ ਲਾਸਟ ਦੀ ਗੱਲ ਕਰ ਲੈਂਦੇ ਹਾਂ, ਦੈਟ ਇਜ਼ ਐਸਟਰਸ। ਐਸਟਰਸ ਦੇਖੋ ਕੀ ਕਰਦੇ ਨੇ, ਐਸਟਰਸ ਹੁੰਦਾ ਹੈ, ਐਸਟਰਸ ਦਾ ਤੁਸੀਂ ਯਾਦ ਰੱਖ ਲੈਣਾ ਫਾਰਮੂਲਾ RCO। ਠੀਕ ਹੈ ਨਾ, ਇੱਥੇ ਵੀ O, ਇੱਥੇ R। ਓਕੇ, ਇਹ ਦੋਨੋਂ R ਗਰੁੱਪ ਡਿਫਰੈਂਟ ਵੀ ਹੋ ਸਕਦੇ ਨੇ, ਇਹ R ਡੈਸ਼ ਵੀ ਹੋ ਸਕਦਾ। ਠੀਕ ਹੈ, ਹੋ ਸਕਦਾ CH3 ਹੋਵੇ, ਇਹ ਹੋ ਸਕਦਾ C2H5 ਹੋਵੇ। ਠੀਕ ਹੈ, ਸੋ ਪਹਿਚਾਨ ਕੀ ਹੈ, RCOOR, ਇਹ ਹੁੰਦੇ ਨੇ ਐਸਟਰਸ। ਠੀਕ ਹੈ, ਤੇ ਐਸਟਰਸ ਦੇ ਵਿੱਚ ਵੀ ਤੁਸੀਂ ਕੋਈ ਰਿਡਿਊਸਿੰਗ ਏਜੰਟ ਐਡ ਕਰੋਗੇ ਤਾਂ ਕੀ ਬਣੇਗਾ, ਮੈंने ਫੈਕਟ ਦੇ ਵਿੱਚ ਦੱਸਤਾ ਸੀਗਾ ਕਿ ਮਿਕਸਚਰ ਬਣੇਗਾ। ਓਕੇ, ਆਹ ਤਾਂ ਦੇਖੋ ਬਣ ਗਈ ਅਲਕੋਹਲ। ਠੀਕ ਹੈ, ਅਲਕੋਹਲ ਇੱਕ ਬਣ ਗਿਆ, ਦੈਟ ਇਜ਼ CH3OH। ਦੋਨੋਂ ਹੀ ਮਿਕਸਚਰ ਆਫ ਅਲਕੋਹਲਸ ਬਣਨਗੇ, ਡਿਫਰੈਂਟ ਜਿਹੜੀ ਹੈਗੀ ਹੈ ਅਲਕੋਹਲ ਦੋ ਤਰ੍ਹਾਂ ਦੀ ਇੱਥੇ ਪ੍ਰਪੇਅਰ ਹੋਏਗੀ। ਓਕੇ, ਸੋ ਸਮਰੀ ਦੇਖ ਸਕਦੇ ਹੋ, ਸਮਰੀ ਬਾਅਦ ਵਿੱਚ ਤੁਸੀਂ ਲਰਨ ਵੀ ਕਰ ਸਕਦੇ ਹੋ ਕਿ ਜਿਹੜੇ ਐਲਡੀਹਾਈਡਸ ਹੁੰਦੇ ਨੇ ਉਹ 1 ਡਿਗਰੀ ਅਲਕੋਹਲ ਪ੍ਰਪੇਅਰ ਕਰਦੇ ਨੇ, ਕੀਟੋਨਸ 2 ਡਿਗਰੀ ਪ੍ਰਪੇਅਰ ਕਰਦੇ ਨੇ, ਕਾਰਬੋਕਸਿਲਿਕ ਐਸਿਡ 1 ਡਿਗਰੀ ਪ੍ਰਪੇਅਰ ਕਰਦੇ ਨੇ, ਤੇ ਐਸਟਰ ਕੀ ਕਰਦੇ ਨੇ, ਮਿਕਸਚਰ ਆਫ ਅਲਕੋਹਲਸ ਨੂੰ ਪ੍ਰਪੇਅਰ ਕਰਦੇ ਨੇ। ਠੀਕ ਹੈ ਜੀ, ਸੋ 2 ਰਿਐਕਸ਼ਨਸ ਅਸੀਂ ਕਰ ਚੁੱਕੇ ਹਾਂ, ਜਿਹਦੇ ਵਿੱਚ ਅਸੀਂ ਕਿਹਨੂੰ ਪ੍ਰਪੇਅਰ ਕਰ ਰਹੇ ਸੀ, ਅਲਕੋਹਲਸ ਨੂੰ। ਕਿਹਦੇ ਤੋਂ ਪ੍ਰਪੇਅਰ ਕੀਤਾ, ਫਸਟ ਕੀ ਸੀਗਾ, ਫਰੋਮ ਹੈਲੋ ਅਲਕੇਨਸ। ਸੈਕਿੰਡ ਅਸੀਂ ਕੀਤੀ ਹੈ ਰਿਡਕਸ਼ਨ, ਜਿਹਦੇ ਵਿੱਚ ਅਸੀਂ ਲਰਨ ਕੀਤੇ ਸੀ ਫੈਕਟਸ। ਹੁਣ ਥਰਡ ਆ ਜਾਂਦਾ ਫਰੋਮ ਗ੍ਰਿਗਨਾਰਡ ਰੀਏਜੈਂਟ। ਇਹਦੇ ਵਿੱਚ ਵੀ ਤੁਸੀਂ ਕੁਝ ਫੈਕਟਸ ਜਿਹੜੇ ਨੇ ਉਹ ਲਰਨ ਕਰਨੇ ਨੇ। ਦੇਖੋ, ਪਹਿਲੀ ਗੱਲ ਜਿਹੜਾ ਹੈ, ਜੋ ਗ੍ਰਿਗਨਾਰਡ ਰੀਏਜੈਂਟ ਹੁੰਦਾ ਹੈ, ਠੀਕ ਹੈ ਨਾ, ਸਭ ਨੂੰ ਪਤਾ ਹੈ ਕਿ ਜੋ ਇਹਦਾ ਫਾਰਮੂਲਾ ਹੁੰਦਾ ਹੈ ਦੈਟ ਇਜ਼ RMgX। ਇਹਨੂੰ ਕਹਿੰਦੇ ਨੇ ਗ੍ਰਿਗਨਾਰਡ ਰੀਏਜੈਂਟ। X ਕੀ ਹੈ, ਦਿਸ ਇਜ਼ ਹੈਲੋਜਨ, ਐਂਡ R ਕੀ ਹੈ, ਇਟ ਮੇ ਬੀ ਮਿਥਾਈਲ ਗਰੁੱਪ। ਓਕੇ, ਮਿਥਾਈਲ, ਇਥਾਈਲ, ਜੋ ਵੀ ਤੁਸੀਂ ਇਹਨੂੰ R ਨੂੰ ਕਹਿਣਾ, ਐਲਕਾਈਲ ਗਰੁੱਪ। ਓਕੇ, ਹੁਣ ਗ੍ਰਿਗਨਾਰਡ ਰੀਏਜੈਂਟ ਜੋ ਹੈ, ਤੁਸੀਂ ਪਤਾ ਕੀ ਕਰਨਾ, ਗ੍ਰਿਗਨਾਰਡ ਰੀਏਜੈਂਟ ਜੇਕਰ ਤੁਹਾਨੂੰ ਐਗਜ਼ਾਮ ਦੇ ਵਿੱਚ ਫਾਰਮੈਲਡੀਹਾਈਡ 'ਚ ਐਡ ਕੀਤਾ ਹੋਇਆ ਮਿਲ ਗਿਆ ਗ੍ਰਿਗਨਾਰਡ ਰੀਏਜੈਂਟ, ਤੋਂ ਕੀ ਪ੍ਰਪੇਅਰ ਕਰੂਗਾ, ਐਲਡੀਹਾਈਡ 'ਚ ਮਿਲ ਗਿਆ, ਠੀਕ ਹੈ ਨਾ, ਕੀਟੋਨ 'ਚ ਐਡ ਕਰ ਦਿਓ,
ਐਸਟਰਸ ਐਡ ਕਰ ਦਿਓ। ਗ੍ਰਿਗਨਾਰਡ ਰੀਏਜੈਂਟ ਦੀ ਸਭ ਨਾਲ ਬਣਦੀ ਹੈ, ਫਾਰਮੈਲਡੀਹਾਈਡ ਨਾਲ ਵੀ, ਐਲਡੀਹਾਈਡ ਨਾਲ ਵੀ, ਕੀਟੋਨ ਨਾਲ ਵੀ ਤੇ ਐਸਟਰਸ ਨਾਲ ਵੀ। ਤੇ ਉੱਪਰ ਵੀ ਅਸੀਂ ਹੁਣ ਐਲਡੀਹਾਈਡ, ਕੀਟੋਨ, ਐਸਟਰ ਡਿਸਕਸ ਕੀਤੇ ਨੇ ਨਾ, ਬਸ ਉਹਨਾਂ ਦੇ ਵਿੱਚ ਹੁਣ ਤੁਸੀਂ ਗ੍ਰਿਗਨਾਰਡ ਰੀਏਜੈਂਟ ਪਾ ਦਿਓ ਸਾਰਿਆਂ ਦੇ ਵਿੱਚ। ਬਣੂਗਾ ਕੀ, ਇੱਕ ਆਰਡਰ ਹੈ ਦੇਖੋ, ਫਾਰਮੈਲਡੀਹਾਈਡ ਦੇ ਵਿੱਚ ਪਾਉਂਗੇ ਤਾਂ 1 ਡਿਗਰੀ ਪ੍ਰਪੇਅਰ ਹੁੰਦਾ, ਐਲਡੀਹਾਈਡ ਚ ਪਾਉਂਗੇ ਤਾਂ 2 ਡਿਗਰੀ ਪ੍ਰਪੇਅਰ ਹੁੰਦਾ, ਕੀਟੋਨ ਚ ਪਾਉਂਗੇ ਗ੍ਰਿਗਨਾਰਡ ਰੀਏਜੈਂਟ ਤਾਂ 3 ਡਿਗਰੀ ਪ੍ਰਪੇਅਰ ਹੁੰਦਾ, ਐਂਡ ਜੇਕਰ ਐਸਟਰ ਦੇ ਵਿੱਚ ਪਾਉਂਗੇ ਤਾਂ ਦੋਨੋਂ ਹੀ ਪ੍ਰਪੇਅਰ ਹੁੰਦੇ ਨੇ 2 ਡਿਗਰੀ ਐਂਡ 3 ਡਿਗਰੀ ਅਲਕੋਹਲ। ਓਕੇ, ਸੋ ਗ੍ਰਿਗਨਾਰਡ ਰੀਏਜੈਂਟ ਨੂੰ ਆਪਾਂ ਸਾਰਿਆਂ ਦੇ ਵਿੱਚ ਹੁਣ ਐਡ ਕਰਕੇ ਰਿਐਕਸ਼ਨ ਕਰਕੇ ਦੇਖਦੇ ਹਾਂ ਵੀ ਸੱਚੀ 1 ਡਿਗਰੀ 2 ਡਿਗਰੀ 3 ਡਿਗਰੀ ਇਹ ਬਣਦੇ ਨੇ ਕਿ ਨਹੀਂ। ਓਕੇ, ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਇਸੀ ਵਕਤ। ਓਕੇ, ਸੋ ਆ ਜਾਓ ਜੀ ਹੁਣ ਰਿਐਕਸ਼ਨਸ ਤੇ। ਦੇਖੋ ਇਹਦੇ ਵਿੱਚ ਹੁੰਦਾ ਕੀ ਆ, ਇੱਕ ਛੋਟਾ ਜਿਹਾ ਜਿਹੜਾ ਹੈ ਮੈਕੈਨਿਜ਼ਮ ਥੋੜਾ ਜਿਹਾ ਦੇਖ ਲਓ। ਇਹਦੇ ਵਿੱਚ ਆਪਾਂ ਦੇਖੋ ਮੀਨਸ ਆ ਸਾਡੇ ਕੋਲ ਕੀ ਹੈ, ਕੋਈ ਐਲਕੀਨ ਜੋ ਦਿਖਾਈ ਦੇ ਰਿਹਾ ਸਾਨੂੰ। ਇਹਦੇ ਵਿੱਚ ਤੁਸੀਂ ਗ੍ਰਿਗਨਾਰਡ ਰੀਏਜੈਂਟ ਜਦੋਂ ਐਡ ਕਰਨਾ ਨਾ, ਹੁੰਦਾ ਕੀ ਆ ਦੇਖੋ, ਗ੍ਰਿਗਨਾਰਡ ਰੀਏਜੈਂਟ ਤੁਸੀਂ ਐਡ ਕਰਨਾ, ਠੀਕ ਹੈ। ਕੀ ਫਾਰਮੂਲਾ ਹੁੰਦਾ, RMgX। ਓਕੇ, ਇਹੀ ਫਾਰਮੂਲਾ ਹੁੰਦਾ ਨਾ। ਤਾਂ ਇਹਦੇ ਵਿੱਚ ਕੀ ਹੋਇਆ, ਜਿਹੜਾ ਇਹਨੂੰ ਬ੍ਰੇਕੇਜ ਕਰਾਂਗੇ, ਜਿਹੜੀ R ਹੈਗਾ, ਇਹਨੂੰ 2 ਪਾਰਟਸ ਦੇ ਵਿੱਚ ਤੋੜ ਲਓ। ਜਿਹੜਾ R ਹੋਊਗਾ ਉਹ ਇਸ ਕਾਰਬਨ ਦੇ ਨਾਲ ਲੱਗੂਗਾ, ਠੀਕ ਹੈ ਨਾ। ਇਹ ਜਿਹੜਾ ਤੁਹਾਨੂੰ ਈਨ ਵਰਡ ਦਿਖ ਰਿਹਾ ਮੀਨਸ ਇੱਥੇ ਡਬਲ ਬੌਂਡ ਨੂੰ ਤੁਸੀਂ ਬ੍ਰੇਕ ਕਰਨਾ, R ਨੂੰ ਲਗਾ ਦੋਗੇ ਤੁਸੀਂ ਕਾਰਬਨ ਦੇ ਨਾਲ, ਔਰ ਜਿਹੜਾ ਆਪਣੇ ਕੋਲੇ O ਹੈ, O ਦੇ ਉੱਤੇ ਨੈਗੇਟਿਵ ਚਾਰਜ ਹੁੰਦਾ। ਓਕੇ, ਤਾਂ ਇਹ ਕਿਹਨੂੰ ਅਟਰੈਕਟ ਕਰੇਗਾ, MgX ਨੂੰ। ਬਸ ਇੱਕ ਗੱਲ ਯਾਦ ਰੱਖਣੀ ਹੈ। ਤਾਂ ਇੱਥੇ ਕੀ ਬਣ ਗਿਆ ਦੇਖੋ, ਸਿੰਗਲ ਬੌਂਡ ਚ ਕਨਵਰਟ ਹੋ ਗਿਆ ਡਬਲ ਬੌਂਡ, ਆਹ ਵਾਲਾ ਸਿੰਗਲ ਚ ਕਨਵਰਟ ਹੋ ਕੇ R ਕਿਹਦੇ ਨਾਲ ਅਟੈਚ ਹੋ ਗਿਆ, ਇਸ ਕਾਰਬਨ ਦੇ ਨਾਲ, ਤੇ MgX ਕਿਹਦੇ ਨਾਲ ਹੋ ਗਿਆ, ਉਹਦੇ ਨਾਲ, ਮੀਨਸ ਆਕਸੀਜਨ ਨਾਲ। ਤੇ ਉਸ ਤੋਂ ਬਾਅਦ ਇੱਕ ਗੱਲ ਹੋਰ ਯਾਦ ਰੱਖ ਲਓ, ਜਿਹੜੀ ਸਾਰੇ ਚੈਪਟਰ 'ਚ ਯੂਜ਼ ਹੋਣੀ ਹੈ, ਸਾਰੇ ਚੈਪਟਰ 'ਚ ਯੂਜ਼ ਹੋਣੀ ਹੈ। ਮੀਨਸ ਇੱਥੇ ਹੁਣ ਤੁਸੀਂ ਨਾ, ਆਪਾਂ ਕੀ ਪ੍ਰਪੇਅਰ ਕਰ ਰਹੇ ਹਾਂ, ਸਾਡਾ ਟਾਰਗੇਟ ਕੀ ਹੈ, OH। ਤੁਹਾਡੇ ਕੋਲੇ ਕੀ ਹੈ, OMgX ਹੈ। ਜਦੋਂ ਤੁਸੀਂ ਨਾ ਇੱਥੇ ਤੁਹਾਨੂੰ OH ਚਾਹੀਦਾ, ਇਹ ਤੁਹਾਨੂੰ ਨਹੀਂ ਚਾਹੀਦਾ, ਠੀਕ ਹੈ, ਇੱਥੇ H ਚਾਹੀਦਾ। ਜਦੋਂ ਐਵੇਂ ਦਾ ਕੇਸ ਆ ਜਾਂਦਾ ਨਾ ਕਿ ਇੱਥੇ ਸਾਨੂੰ ਮੀਨਸ ਇਹਦੀ ਜਗ੍ਹਾ ਤੇ H ਚਾਹੀਦਾ ਬਟ ਉਹ ਤਾਂ ਸਾਡੇ ਕੋਲੇ ਹੈਗਾ, ਤਾਂ ਤੁਸੀਂ ਹਮੇਸ਼ਾ ਹਾਈਡਰੋਲਿਸਿਸ ਕਰਨੀ ਹੁੰਦੀ ਹੈ। ਕੀ ਕਰਨੀ ਹੁੰਦੀ ਹੈ, ਹਾਈਡਰੋਲਿਸਿਸ ਕਰੋਗੇ ਤਾਂ ਇਹ ਜਿਹੜੀ ਚੀਜ਼ ਹੈਗੀ ਹੈ, ਮੀਨਸ ਇਹ ਪ੍ਰੋਡਕਟ ਹੈ ਜਿਹੜਾ MgX, ਇਹ ਰਿਮੂਵ ਹੋ ਜਾਏਗਾ ਤੇ ਇਹਦੀ ਜਗ੍ਹਾ ਤੇ ਆ ਕੇ ਕੀ ਲੱਗ ਜੂਗਾ, H ਲੱਗ ਜੂਗਾ। ਮੀਨਸ ਸਾਰਾ ਕੰਮ ਤਾਂ ਹੁਣ ਹੋਇਆ ਪਿਆ, ਕਮੀ ਕਿਹਦੀ ਹੈ, ਇਹ MgX ਜਿਹੜੀ ਹੈ ਪ੍ਰੋਬਲਮ ਕ੍ਰੀਏਟ ਕਰ ਰਿਹਾ। ਇਹਦੇ ਲਈ ਤੁਸੀਂ ਹਾਈਡਰੋਲਿਸਿਸ ਕੀਤੀ ਹੈ ਤੇ ਇਹਦੀ ਜਗ੍ਹਾ ਤੇ ਕੀ ਲੱਗ ਗਿਆ, OH ਆ ਗਿਆ, ਤੇ ਬਾਕੀ ਦਾ ਪ੍ਰੋਡਕਟ ਜਿਹੜਾ ਹੈਗਾ ਉਹ ਰਿਮੂਵ ਹੋ ਗਿਆ। ਹੁਣ ਆ ਜਾਓ ਆਪਣੇ ਟਾਰਗੇਟ ਤੇ, ਜਿਹੜਾ ਅਸੀਂ ਕਿਹਾ ਸੀ ਕਿ ਫਰੋਮ ਫਾਰਮੈਲਡੀਹਾਈਡ 1 ਡਿਗਰੀ ਬਣਦਾ, ਬਿਲਕੁਲ ਸਹੀ ਹੈ ਜੀ। ਦੇਖੋ ਜੇ ਤੁਹਾਨੂੰ ਉੱਪਰ ਵਾਲਾ ਮੈਕੈਨਿਜ਼ਮ ਸਮਝ ਆ ਗਿਆ, ਹੁਣ ਉਸ ਤੋਂ ਵੱਧ ਕੋਈ ਵੱਡੀ ਗੱਲ ਹੈ ਨਹੀਂ ਇਹਦੇ ਵਿੱਚ। ਦੇਖੋ ਕੀ ਕਰਨਾ, ਫਾਰਮੈਲਡੀਹਾਈਡ ਦਾ ਫਾਰਮੂਲਾ ਸਭ ਨੂੰ ਪਤਾ ਹੈ ਕਿ RCHO, ਫਾਰਮੈਲਡੀਹਾਈਡ, ਐਲਡੀਹਾਈਡ ਨਾਮ ਆ ਰਿਹਾ ਨਾ ਪਿੱਛੇ, ਐਲਡੀਹਾਈਡ। ਓਕੇ, CHO ਹੁੰਦਾ, ਫਾਰਮੈਲਡੇ ਹੈ ਤਾਂ ਕੱਲਾ H ਹੀ ਹੁੰਦਾ, ਇੱਥੇ R ਨਹੀਂ ਹੁੰਦਾ। ਸੋ ਇਹਦੇ ਵਿੱਚ ਜੇ ਗੱਲ ਕਰੀਏ, ਡਬਲ ਬੌਂਡ ਦੇਖ ਰਹੇ ਹੋ ਤੁਸੀਂ, ਹੈ ਨਾ, ਤਾਂ ਕੀ ਹੋਏਗਾ, R ਗਰੁੱਪ ਕਿਹਦੇ ਨਾਲ ਲੱਗੂਗਾ, ਕਾਰਬਨ ਦੇ ਨਾਲ। ਜਿਹੜਾ ਪਿਛਲਾ ਗਰੁੱਪ ਹੁੰਦਾ ਹੈ ਕਿਹਦੇ ਨਾਲ ਲੱਗੂਗਾ, ਆਕਸੀਜਨ ਦੇ ਨਾਲ। ਲਗਾ ਦਿਓ, ਆ ਲੱਗ ਗਿਆ। ਹੁਣ ਮੈਂ ਕਿਹਾ ਸੀ ਕਿ ਜੇਕਰ ਇਹਨੂੰ ਰਿਮੂਵ ਕਰਨਾ ਤੁਸੀਂ ਇੱਥੋਂ ਰਿਮੂਵ ਕਰਨਾ, ਓਕੇ, ਇਹ ਵਾਲੇ ਪੋਰਸ਼ਨ ਨੂੰ, ਤਾਂ ਹਾਈਡਰੋਲਿਸਿਸ ਕਰ ਦਿਓ ਤੇ ਰਿਮੂਵ ਜਿਹੜਾ ਹੈਗਾ ਉਹ ਹੋ ਜਾਊਗਾ। ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਸਿਰਫ ਇੱਕ ਐਲਕਾਈਲ ਗਰੁੱਪ ਰਹਿ ਗਿਆ, देयर इज 1 एल्काइल ग्रुप। ओके, अगर 1 एल्काइल ग्रुप है तो मीनस ये केड़ी प्रिपेयर कर गया, केड़ी अल्कोहल प्रिपेयर कर गया, दैट इज 1 डिग्री अल्कोहल। ठीक है जी, समझ आ गया। ਹੁਣ ਅਸੀਂ ਗੱਲ ਕਰਦੇ ਹਾਂ ਫਰੋਮ ਐਲਡੀਹਾਈਡ। ਐਲਡੀਹਾਈਡ ਦੇ ਵਿੱਚ ਆਲਰੇਡੀ ਹੈ ਨਾ 2 ਡਿਗਰੀ ਬਣੂਗਾ, ਬਾਕੀ ਤਾਂ ਪ੍ਰੋਸੀਜਰ ਸੇਮ ਹੈ। ਇਹਦੇ ਵਿੱਚ ਆਲਰੇਡੀ ਇੱਕ ਕੀ ਹੁੰਦਾ ਹੈਗਾ, ਆਰ ਗਰੁੱਪ ਹੁੰਦਾ ਹੈ, ਇੱਕ ਅਸੀਂ ਲਗਾ ਲੈਣਾ ਗਾ। ਓਕੇ, ਸੋ ਦੈਟ ਇਜ਼ 2 ਡਿਗਰੀ ਪ੍ਰਪੇਅਰ ਕਰੂਗਾ। ਰਿਐਕਸ਼ਨ ਜਮਾ ਸੇਮ ਹੈ ਇਹਦੇ 'ਚ। ਦੇਖੋ ਦਿਸ ਇਜ਼, ਇਹ ਹੈ ਕੀ, ਦਿਸ ਇਜ਼ ਗ੍ਰਿਗਨਾਰਡ ਰੀਏਜੈਂਟ, ਦੈਟ ਇਜ਼ RMgX, ਹੈ ਨਾ। ਤੇ ਇਹ ਵਾਲਾ ਗਰੁੱਪ ਲੱਗ ਜੂਗਾ ਕਾਰਬਨ ਦੇ ਨਾਲ, ਇਹ ਵਾਲਾ ਗਰੁੱਪ ਲੱਗ ਜੂਗਾ ਆਕਸੀਜਨ ਦੇ ਨਾਲ। ਆ ਲੱਗ ਗਿਆ। ਹੁਣ ਤੁਸੀਂ ਇੱਥੋਂ ਇਹਨੂੰ ਸੈਪਰੇਟ ਕਰਨਾ, ਇਹਨੂੰ ਸੈਪਰੇਟ ਕਰਨ ਵਾਸਤੇ ਕੀ ਕਰ ਦੋਗੇ, ਹਾਈਡਰੋਲਿਸਿਸ ਕਰ ਦੋਗੇ ਤੇ ਤੁਹਾਡੇ ਕੋਲੇ ਕੀ ਹੋ ਜਾਊਗਾ, OH ਜਿਹੜਾ ਹੈਗਾ ਉੱਥੇ ਲੱਗ ਜੂਗਾ ਤੇ MgBr ਜੋ ਹੈਗਾ ਉਹ ਕੀ ਰਿਮੂਵ ਹੋ ਜਾਏਗਾ ਤੇ ਇੱਥੇ ਇਹਦੇ ਨਾਲ ਕੀ ਹੈ, 2 ਡਿਗਰੀ ਅਲਕੋਹਲ ਜਿਹੜੀ ਹੈ ਪ੍ਰਪੇਅਰ ਹੋ ਜੂ। ਸੋ ਯਾਦ ਰੱਖਣਾ ਕਿ ਜਦੋਂ ਗ੍ਰਿਗਨਾਰਡ ਰੀਏਜੈਂਟ ਨਾਲ ਰਿਐਕਟ ਕਰਵਾਉਂਦੇ ਆ ਤਾਂ ਐਲਡੀਹਾਈਡ ਤੋਂ 2 ਡਿਗਰੀ ਅਲਕੋਹਲ ਪ੍ਰਪੇਅਰ ਹੁੰਦੀ ਹੈ ਤੇ ਫਾਰਮੈਲਡੀਹਾਈਡ ਤੋਂ 1 ਡਿਗਰੀ ਪ੍ਰਪੇਅਰ ਹੁੰਦੀ ਹੈ। ਹੁਣ ਆ ਜਾਓ ਕੀਟੋਨ ਤੇ। ਹੁਣ ਕੀਟੋਨ ਦੇ ਕੀ ਫਾਰਮੂਲਾ ਹੁੰਦਾ ਹੈ, ਇਹਦੇ 'ਚ ਆਲਰੇਡੀ 2 ਲੱਗੇ ਹੁੰਦੇ ਨੇ, ਇੱਕ ਅਸੀਂ ਲਗਾ ਲਾਂਗੇ, ਠੀਕ ਹੈ ਨਾ। ਤਾਂ ਦੈਟ ਮੀਨ 3 ਡਿਗਰੀ ਅਲਕੋਹਲ ਪ੍ਰਪੇਅਰ ਹੋ ਜੂਗੀ। ਤਾਂ ਕੀਟੋਨ ਦਾ ਸਭ ਤੋਂ ਪਹਿਲਾਂ ਤੁਹਾਨੂੰ ਫਾਰਮੂਲਾ ਆਉਣਾ ਚਾਹੀਦਾ, ਜੋ ਤੁਸੀਂ 10th ਦੇ ਵਿੱਚ ਹੀ ਸਿੱਖ ਲੈਂਦੇ ਹੋ।
ਇਹ ਹੁੰਦਾ ਅਲਕੋਹਲ ਦਾ ਫਾਰਮੂਲਾ ਓਕੇ ਦੈਟ ਇਜ਼ RCOR ਓਕੇ ਇਹ ਅਲਕੋਹਲ ਦਾ ਫਾਰਮੂਲਾ ਹੁੰਦਾ ਤਾਂ ਤੁਸੀਂ ਇਹਦੇ ਵਿੱਚ ਕੀ ਐਡ ਕਰ ਦਿੱਤਾ ਗ੍ਰਿਗਨਾਰਡ ਰੀਏਜੈਂਟ ਤੇ ਹੋਏਗਾ ਕਿ ਸਾਨੂੰ ਪਤਾ ਹੈ ਕਿ ਜਿਹੜਾ ਇਹ ਹੈ ਇਸ ਕਾਰਬਨ ਨਾਲ ਅਟੈਚ ਹੋ ਜਾਏਗਾ ਜਿਹੜਾ ਇਹ ਹੈ ਇਹ ਇਸ ਕਾਰਬਨ ਨਾਲ ਅਟੈਚ ਹੋ ਜਾਏਗਾ ਠੀਕ ਹੈ ਨਾ ਤੇ ਡਰਾਈ ਈਥਰ ਦੀ ਪ੍ਰੈਜ਼ੈਂਸ ਦੇ ਵਿੱਚ ਕਰਨਾ ਹੁੰਦਾ ਹਮੇਸ਼ਾ ਗ੍ਰਿਗਨਾਰਡ ਰੀਏਜੈਂਟ ਦੀ ਜਿਹੜੀ ਰਿਐਕਸ਼ਨ ਉਹ ਹਮੇਸ਼ਾ ਕਿਹਦੇ ਵਿੱਚ ਹੁੰਦੀ ਹੈ ਡਰਾਈ ਈਥਰ ਤੇ ਇਹਨੂੰ ਕੀ ਹੈਗਾ ਇੱਥੋਂ ਬੌਂਡ ਤੁਸੀਂ ਬ੍ਰੇਕ ਕਰਨਾ ਇਹਦੀ ਕੀ ਕਰ ਦੋਗੇ ਹਾਈਡਰੋਲਿਸਿਸ ਕਰੋਗੇ ਤਾਂ ਕੀ ਹੋ ਜਾਏਗਾ ਇਹ ਜਿਹੜਾ ਹੈ MgBr ਇੱਥੋਂ ਰਿਮੂਵ ਹੋ ਜਾਏਗਾ ਇਹਦੀ ਜਗ੍ਹਾ ਤੇ ਕੀ ਲੱਗ ਜੂਗਾ OH ਸੋ ਤੁਸੀਂ ਦੇਖ ਸਕਦੇ ਹੋ 3 ਡਿਗਰੀ ਅਲਕੋਹਲ ਪ੍ਰਿਪੇਅਰ ਹੋ ਗਿਆ ਵੈਰੀ ਸਿੰਪਲ ਠੀਕ ਹੈ ਨਾ ਤਾਂ ਸਮਰੀ ਕੀ ਬਣ ਗਈ ਹੁਣ ਤੱਕ ਦੀ ਨਾਲ ਰਿਵਾਈਜ਼ ਵੀ ਕਰਦੇ ਰਿਹਾ ਕਰੋ ਸਮਰੀ ਕੀ ਬਣ ਗਈ ਫਾਰਮੈਲਡੇਹਾਈਡ ਤੋਂ 1 ਡਿਗਰੀ ਐਲਡੇਹਾਈਡ ਤੋਂ 2 ਡਿਗਰੀ ਬਣਦਾ ਗ੍ਰਿਗਨਾਰਡ ਰੀਏਜੈਂਟ ਦੀ ਗੱਲ ਕਰ ਰਹੇ ਹਾਂ ਤੇ ਕੀਟੋਨ ਤੋਂ 3 ਡਿਗਰੀ ਹੁਣ ਲਾਸਟ ਗੱਲ ਕਰ ਲੈਂਦੇ ਆਪਾਂ ਐਸਟਰਸ ਬਾਰੇ ਐਸਟਰਸ ਦੀ ਕੀ ਹੁੰਦੀ ਹੈ ਦੈਟ ਇਜ਼ ਸਿੰਬਲ ਦੈਟ ਇਜ਼ ਆ ਰਿਹਾ ਸਾਡੇ ਕੋਲੇ ਐਸਟਰ ਓਕੇ ਐਸਟਰ ਦੇ ਵਿੱਚ ਵੀ ਸੇਮ ਹੀ ਹੋਊਗਾ ਬਿਲਕੁਲ ਇਹਦੇ ਵਿੱਚ ਕੀ ਹੈ ਦੈਟ ਇਜ਼ ਦੇਖੋ ਆਹ ਤੁਸੀਂ ਕੋਈ ਐਸਟਰ ਲੈ ਲਿਆ ਮੀਨਸ ਇੱਥੇ ਦਾ ਨਾਮ ਕੀ ਹੈ ਇਥਾਈਲ ਮਿਥੇਨੋਇਟ ਓਕੇ ਮਿਥੇਨੋਇਟ ਤੇ ਇਹਦੇ ਵਿੱਚ ਤੁਸੀਂ RMGX ਯੂਜ਼ ਕੀਤਾ ਹੋਇਆ ਕਿ ਜਿਹੜਾ CH3 MgBr ਹੈ ਨਾ MgBr ਤਾਂ ਇਸ ਆਕਸੀਜਨ ਨਾਲ ਰਿਐਕਟ ਹੋ ਜਾਏਗਾ ਜਿਹੜਾ CH3 ਹੈ ਉਹ ਇਸ ਕਾਰਬਨ ਦੇ ਨਾਲ ਰਿਐਕਟ ਹੋ ਜਾਏਗਾ ਠੀਕ ਹੈ ਨਾ ਰਿਐਕਟ ਨਹੀਂ ਮਤਲਬ ਅਟੈਚ ਹੋ ਜਾਏਗਾ ਓਕੇ ਸੋ ਅਟੈਚ ਕਰ ਦਿਓ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਤੁਸੀਂ ਆਹ ਵਾਲਾ ਜਿਹੜਾ ਪੋਰਸ਼ਨ ਹੈ ਨਾ ਇਹ ਵਾਲਾ ਪੋਰਸ਼ਨ ਜਿਹੜਾ ਇੱਥੋਂ ਤਾਂ MgBr ਤੁਸੀਂ ਰਿਮੂਵ ਕਰਨਾ ਬਿਕੋਜ਼ ਇੱਥੇ ਤਾਂ ਆਊਗਾ OH ਲਾਸਟ ਤੇ ਇੱਥੋਂ ਜਿਹੜਾ ਹੈ ਤੁਸੀਂ ਇਹ ਵੀ ਰਿਮੂਵ ਕਰਨਾ ਓਕੇ OC2H5 ਓਕੇ ਇਹ ਸਾਰਾ ਜਿਹੜਾ ਹੈ ਇਹਨੂੰ ਰਿਮੂਵ ਕਰ ਦਿਓ ਇਹ ਰਿਮੂਵ ਹੋ ਗਿਆ ਤੇ ਸਿਰਫ ਇੰਨੀ ਚੀਜ਼ ਜਿਹੜੀ ਹੈ ਮਤਲਬ ਐਸਟੈਲਡੇਹਾਈਡ ਬਣੂਗਾ ਕੀ ਬਣੂਗਾ ਐਸੀਟੈਲਡੇਹਾਈਡ ਇਹ ਐਸੀਟੈਲਡੇਹਾਈਡ ਦਾ ਫਾਰਮੂਲਾ ਹੁੰਦਾ CH3CHO ਹੁਣ ਤੁਸੀਂ ਕੀ ਕਰਨਾ ਅਗੇਨ ਇਹਦੇ ਵਿੱਚ ਗ੍ਰਿਗਨਾਰਡ ਰੀਏਜੈਂਟ ਐਡ ਕਰਨਾ ਗ੍ਰਿਗਨਾਰਡ ਰੀਏਜੈਂਟ ਐਡ ਕਰੋਗੇ ਅਗੇਨ ਇਹ ਵਾਲਾ CH3 ਇਸ ਕਾਰਬਨ ਨਾਲ ਲੱਗ ਜਾਊਗਾ ਐਂਡ ਜੋ MgBr ਹੈ ਇਸ ਆਕਸੀਜਨ ਨਾਲ ਲੱਗ ਗਿਆ ਠੀਕ ਹੈ ਨਾ ਤੇ ਫਿਰ ਤੁਸੀਂ ਕੀ ਕਰਨਾ ਹੈ ਇਸ ਪ੍ਰੋਡਕਟ ਨੂੰ ਇਹਨੂੰ ਰਿਮੂਵ ਕਰਨ ਵਾਸਤੇ ਤੁਸੀਂ ਹਾਈਡਰੋਲਿਸਿਸ ਕਰਤੀ ਹਾਈਡਰੋਲਿਸਿਸ ਕਰੀ ਤਾਂ ਕੀ ਬਣ ਗਿਆ ਦੇਖ ਸਕਦੇ ਹੋ ਦੈਟ ਇਜ਼ ਦਿਸ ਓਕੇ ਦਿਸ ਇਜ਼ 2 ਡਿਗਰੀ ਅਲਕੋਹਲ ਇਹਨੂੰ ਕੀ ਕਹਿੰਦੇ ਨੇ ਪ੍ਰੋਪੇਨ 2ol ਦਿਸ ਇਜ਼ 2 ਡਿਗਰੀ ਅਲਕੋਹਲ ਜਿਹੜੇ ਐਸਟਰਸ ਹੁੰਦੇ ਨੇ ਨਾ ਦੇਖੋ ਇਹ ਡਿਪੈਂਡ ਕਰਦਾ ਵੀ ਤੁਸੀਂ ਕਿੱਦਾਂ ਦਾ ਐਸਟਰ ਲੈ ਰਹੇ ਹੋ ਓਕੇ ਡਿਪੈਂਡ ਕਰਦਾ ਹੈ ਜੇ ਇਸ ਤਰੀਕੇ ਦਾ ਲਿਆ ਤਾਂ 2 ਡਿਗਰੀ ਪ੍ਰਿਪੇਅਰ ਹੋ ਰਿਹਾ ਹੈ ਜੇ ਹੁਣ ਮੈਂ ਇਸ H ਦੀ ਜਗ੍ਹਾ ਤੇ ਦੁਬਾਰੇ ਐਸਟਰ ਵਾਲੀ ਹੀ ਰਿਐਕਸ਼ਨ ਆ ਰਹੀ ਹੈ ਬਿਲਕੁਲ ਸੇਮ ਜੇਕਰ H ਦੀ ਜਗ੍ਹਾ ਤੇ CH3 ਲੈ ਸਕਦੇ ਆਪਾਂ ਹਨਾ ਤਾਂ ਫਿਰ ਦੇਖੋ 3 ਡਿਗਰੀ ਬਣ ਜਾਊਗਾ ਕਿਉਂਕਿ ਤੁਸੀਂ H ਦੀ ਜਗ੍ਹਾ ਤੇ CH3 ਲੈ ਲਿਆ ਉਹ ਤਾਂ ਨਾਲ ਹੀ ਚੱਲੂਗਾ ਬਾਕੀ ਦੋ ਜਿਹੜੇ ਨੇ ਲਾਸਟ ਤੇ ਆਪਾਂ ਖੁਦ ਬਣਾਉਂਦੇ ਜਾਵਾਂਗੇ ਤਾਂ ਦੇਖੋ ਇਹ ਐਸਟਰ ਹੈ ਇਹਦੇ ਵਿੱਚ ਗ੍ਰਿਗਨਾਰਡ ਰੀਏਜੈਂਟ ਨਾਲ ਇਹਨੂੰ ਰਿਐਕਟ ਕਰਵਾਓ CH3 ਇਸ ਦੇ ਨਾਲ ਲੱਗ ਜੂਗਾ ਤੇ MgBr ਜਿਹੜਾ ਇਸ ਆਕਸੀਜਨ ਨਾਲ ਲੱਗ ਜੂਗਾ ਲੱਗ ਚੁੱਕਿਆ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਇਹ ਵਾਲਾ ਪੋਰਸ਼ਨ ਹੈ ਜਿਹੜਾ ਰਿਮੂਵ ਕਰ ਦਿਓ ਰਿਮੂਵ ਹੋ ਕੇ ਇਹ ਬਣ ਗਿਆ ਠੀਕ ਹੈ ਅਗੇਨ ਇਹਦੇ ਵਿੱਚ ਕੀ ਐਡ ਕਰ ਦਿਓ ਗ੍ਰਿਗਨਾਰਡ ਰੀਏਜੈਂਟ ਫਿਰ ਉਹੀ ਪ੍ਰੋਸੈਸ ਇੱਥੇ ਲੱਗ ਜੂਗਾ ਤੇ ਜਿਹੜਾ ਇਹ ਹੈ ਇਹ ਇੱਥੇ ਲੱਗ ਜੂਗਾ ਆਕਸੀਜਨ ਦੇ ਕੋਲੇ ਫਿਰ ਕੀ ਕਰ ਦਿਓ ਹਾਈਡਰੋਲਿਸਿਸ ਜਦੋਂ ਤੁਸੀਂ ਕਰੋਗੇ ਠੀਕ ਹੈ ਤਾਂ ਕੀ ਹੋਏਗਾ ਇਹ ਵਾਲਾ ਪੋਰਸ਼ਨ ਹਟ ਜਾਏਗਾ ਇੱਥੇ OH ਲੱਗ ਜੂਗਾ 3 ਡਿਗਰੀ ਅਲਕੋਹਲ ਬਣ ਗਿਆ ਠੀਕ ਹੈ ਨਾ ਸੋ ਗ੍ਰਿਗਨਾਰਡ ਰੀਏਜੈਂਟ ਵਾਲੀਆਂ ਕੁਛ ਨਹੀਂ ਹੈਗਾ ਮੀਨਸ ਤੁਹਾਨੂੰ ਮੇਨ ਇਹੀ ਪਤਾ ਲੱਗਣਾ ਚਾਹੀਦਾ ਕਿ ਜਦੋਂ ਆਪਾਂ ਇਹਨੂੰ ਐਡ ਕਰਦੇ ਆ ਨਾ ਤਾਂ CH3 ਕਿੱਥੇ ਲੱਗਦਾ ਹੈ ਤੇ MgBr ਕਿੱਥੇ ਲੱਗਦਾ ਹੈ ਅੱਗੇ ਤਾਂ ਪ੍ਰੋਸੀਜਰ ਤੁਹਾਨੂੰ ਦੱਸ ਹੀ ਦਿੱਤਾ ਵੀ ਜੇ OH ਲਾਉਣਾ ਤਾਂ ਹਾਈਡਰੋਲਿਸਿਸ ਕਰ ਦਿਓ ਠੀਕ ਹੈ ਇਹਨੂੰ ਰਿਮੂਵ ਕਰ ਸਕਦੇ ਹਾਂ ਐਵੇਂ ਆਪਾਂ ਸੋ ਇਹ ਨੇਗੇ ਮੇਨ ਰਿਐਕਸ਼ਨਸ ਇਹਦੇ ਵਿੱਚ ਤੇ ਸਾਡੇ ਕੋਲੇ ਪ੍ਰੈਪਰੇਸ਼ਨ ਮੈਥਡ ਚੱਲ ਰਹੇ ਨੇ ਤੇ 3 ਡਿਗਰੀ ਅਲਕੋਹਲ ਹੈ ਜਿਹੜਾ ਉਹ ਐਸਟਰ ਪ੍ਰਪੇਅਰ ਕਰਦਾ ਤੁਸੀਂ ਡਾਇਰੈਕਟ ਯਾਦ ਕਰਨਾ ਪੇਪਰ ਦੇ ਵਿੱਚ ਕਿ ਇੱਥੇ ਅਗਰ ਐਸਟਰ ਇਦਾਂ ਦੀ ਫਾਰਮ 'ਚ ਹੈ ਤੁਹਾਡਾ ਇੱਕ CH3 ਲੱਗਿਆ ਹੋਇਆ ਹੈ ਤਾਂ ਤੁਹਾਡੇ ਕੋਲ ਕੀ ਬਣਦਾ ਹੈ 3 ਡਿਗਰੀ ਬਣਦਾ ਹੈ ਓਕੇ 3 ਡਿਗਰੀ ਇਸ ਕਰਕੇ ਬਣਦਾ ਦੇਖੋ ਇਹਨੂੰ ਐਵੇਂ ਵੀ ਲਰਨ ਕਰਿਆ ਜਾ ਸਕਦਾ ਹੈ ਜਿਵੇਂ ਤੁਹਾਡੇ ਕੋਲ 1 ਤਾਂ ਆਲਰੇਡੀ ਲੱਗਿਆ ਹੋਇਆ ਸੀ ਆਪਾਂ ਨੇ ਗ੍ਰਿਗਨਾਰਡ ਰੀਏਜੈਂਟ ਕਿੰਨੀ ਵਾਰੀ ਐਡ ਕੀਤਾ 2 ਵਾਰੀ ਐਡ ਕੀਤਾ ਨਾ ਇਹਦੇ ਵਿੱਚ ਪਹਿਲਾਂ ਇੱਕ ਵਾਰੀ ਐਡ ਕੀਤਾ ਇੱਕ ਹੋਰ CH3 ਲੱਗ ਗਿਆ ਫਿਰ ਦੂਸਰੀ ਵਾਰੀ ਫਿਰ ਗ੍ਰਿਗਨਾਰਡ ਰੀਏਜੈਂਟ ਐਡ ਕੀਤਾ ਫਿਰ ਇੱਕ ਹੋਰ CH3 ਲੱਗ ਗਿਆ ਓਬਵੀਅਸਲੀ 3 CH3 ਹੋ ਗਏ ਤਾਂ 3 ਡਿਗਰੀ ਅਲਕੋਹਲ ਤਾਂ ਬਣਨੀ ਹੋਈ ਹੈ ਠੀਕ ਹੈ ਸੋ ਨੈਕਸਟ ਆ ਜਾਓ ਜੀ 4th ਰਿਐਕਸ਼ਨ ਜਿਹੜੀ ਹੈਗੀ ਹੈ ਦੈਟ ਇਜ਼ ਫਰੋਮ ਹਾਈਡਰੋਲਿਸਿਸ ਆਫ ਐਸਟਰਸ ਵਿਦ ਐਕੁਅਸ ਐਲਕਲੀਸ ਓਕੇ ਐਸਟਰ ਲੈ ਲਓ ਅਗੇਨ ਠੀਕ ਹੈ ਦਿਸ ਇਜ਼ ਐਸਟਰ ਇਹ ਐਸਟਰ ਹੈ ਤੁਹਾਡਾ ਇਹਨੂੰ ਕੀ ਕਰਨਾ ਤੁਸੀਂ ਐਲਕਲੀ ਦੇ ਨਾਲ ਕੀ ਕਰਨੀ ਹੈ ਦੀ ਹਾਈਡਰੋਲਿਸਿਸ ਮੀਨਸ NaOH ਇਹਦੇ ਵਿੱਚ ਐਡ ਕਰ ਦਿਓ ਠੀਕ ਹੈ ਹੋਏਗਾ ਕੀ ਜਿਹੜਾ ਇਹ Na ਆ ਇਹ ਕਿਹਦੀ ਪਲੇਸ ਲੈ ਲੂਗਾ C2H5 ਦੀ ਕੀ ਬਣ ਜੂਗਾ CH3COO Na ਪਲੱਸ
ਜਿਹੜਾ ਬਾਕੀ ਦਾ ਪੋਰਸ਼ਨ ਸੀ ਨਾ, ਜਿਹੜਾ OH ਬਚਿਆ ਸੀ ਤੇ ਇਹ ਦੋਨੋਂ ਆਪਸ ਦੇ ਵਿੱਚ ਜਿਹੜੀ ਹੈਗੀ ਆ ਬੌਂਡਿੰਗ ਇਹਨਾਂ ਦੇ ਵਿੱਚ ਹੋ ਜੂਗੀ, ਉਹ ਹੀ ਬਣ ਜਾਂਦੀ ਹੈ ਅਲਕੋਹਲ। ਇਹ ਤਾਂ ਬਹੁਤ ਸਿੰਪਲ ਰਿਐਕਸ਼ਨ ਹੈ। ਅੱਗੇ ਆ ਜਾਂਦਾ ਜੀ ਸਾਡੇ ਕੋਲੇ ਹੁਣ ਅਸੀਂ ਕਰਾਂਗੇ ਰਿਐਕਸ਼ਨ ਕਿ ਅਲਕੋਹਲਸ ਨੂੰ ਐਲਕੀਨਸ ਤੋਂ ਵੀ ਪ੍ਰਪੇਅਰ ਕੀਤਾ ਜਾ ਸਕਦਾ ਹੈ, ਠੀਕ ਹੈ ਨਾ, ਐਲਕੀਨਸ ਤੋਂ। ਉਹੀ ਗੱਲ ਹੈ ਵੀ ਐਲਕੀਨਸ ਤੋਂ ਰਿਐਕਸ਼ਨਸ ਕਰਾਉਣ ਤੋਂ ਪਹਿਲਾਂ ਆਪਾਂ ਕੁਝ ਫੈਕਟਸ ਲਰਨ ਕਰ ਲਈਏ, ਪੁਆਇੰਟਸ ਲਰਨ ਕਰ ਲਈਏ ਜੋ ਸਾਨੂੰ ਜਿਨ੍ਹਾਂ ਦੀ ਲੋੜ ਹੈ। ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਤੁਸੀਂ ਇਹ ਦੇਖੋ, ਇਹਦੇ ਵਿੱਚ ਮੇਨ ਅਸੀਂ 4 ਹੀ ਰਿਐਕਸ਼ਨਸ ਕਰਨੀਆਂ ਨੇ, ਸਲਫਿਊਰਿਕ ਐਸਿਡ ਨਾਲ, ਵਾਟਰ ਤੇ ਬੋਰੇਨ ਤੇ ਇਹ ਇੱਕ ਡਿਫਰੈਂਟ ਰਿਐਕਸ਼ਨ ਹੈ। ਪਹਿਲਾਂ ਇਹਨਾਂ ਤਿੰਨਾਂ ਨੂੰ ਦੇਖੋ, ਇਹਨਾਂ ਤਿੰਨਾਂ ਦੇ ਵਿੱਚ ਕੀ ਹੈ, ਠੀਕ ਹੈ ਨਾ, ਮੀਨਸ ਕੋਈ ਵੀ ਐਲਕੀਨ ਹੈ, ਐਲਕੀਨ ਜਿਹੜੀ ਹੋਊਗੀ ਉਹ ਇਹਦੇ ਵਿੱਚ ਤੁਸੀਂ ਐਲਕੋਹਲ ਦੇ ਵਿੱਚ ਕਨਵਰਟ ਕਰਨੀ ਹੈ। ਐਲਕੀਨ ਕਾਹਦੇ 'ਚ ਕਨਵਰਟ ਕਰਨੀ ਹੈ, ਅਲਕੋਹਲ। ਤਾਂ ਉਹ ਐਲਕੀਨ ਜਿਹੜੀ ਹੁੰਦੀ ਹੈ ਅਲਕੋਹਲ 'ਚ ਕਨਵਰਟ ਤਾਂ ਹੋਊਗੀ ਜੇ ਉਹ ਕਿਸੇ ਐਸੇ ਕੰਪਾਊਂਡ ਦੇ ਨਾਲ ਤੁਸੀਂ ਉਹਨੂੰ ਰਿਐਕਟ ਕਰਾਓਗੇ ਜਿਹਦੇ ਵਿੱਚ H ਪੋਜ਼ਿਟਿਵ ਹੈ। ਸਮਝ ਆ ਗਈ ਨਾ, ਮੀਨਸ ਐਂ ਕਹਿ ਦਿਓ ਵੀ ਐਲਕੀਨ ਦੀ ਕਿਹਦੇ ਨਾਲ ਬਣਦੀ ਹੈ, H ਪੋਜ਼ਿਟਿਵ ਨਾਲ ਬੜੀ ਬਣਦੀ ਹੈ, ਠੀਕ ਹੈ। ਤਾਂ ਜੇ H ਪੋਜ਼ਿਟਿਵ ਨਾਲ ਬਣਦੀ ਹੈ ਤਾਂ ਤੁਸੀਂ ਤਿੰਨੋਂ ਦੇਖ ਸਕਦੇ ਹੋ, ਠੀਕ ਹੈ ਨਾ। ਪਹਿਲੇ 3 ਦੇ ਵਿੱਚ ਕੀ ਹੈ, ਇਹਦੇ ਵਿੱਚ ਵੀ H ਪੋਜ਼ਿਟਿਵ ਤੁਹਾਨੂੰ ਮਿਲੂਗਾ, ਵਾਟਰ ਦੇ ਵਿੱਚ ਵੀ H ਪੋਜ਼ਿਟਿਵ ਹੁੰਦਾ ਐਂਡ ਦਿਸ ਇਜ਼ ਬੋਰੇਨ, ਬੋਰੇਨ ਦੇ ਵਿੱਚ ਵੀ H ਪੋਜ਼ਿਟਿਵ ਹੁੰਦਾ। ਇਹਨਾਂ ਤਿੰਨਾਂ ਨੂੰ ਐਲਕੀਨ ਦੇ ਵਿੱਚ ਐਡ ਕਰੋਗੇ, ਠੀਕ ਹੈ ਨਾ, ਤਾਂ ਐਲਕੀਨ ਜਿਹੜਾ ਹੈ ਅਲਕੋਹਲ ਦੇ ਵਿੱਚ ਕਨਵਰਟ ਹੋ ਜਾਊਗਾ। ਆ ਦੇਖੋ ਐਲਕੀਨ ਹੈ, ਇਹਨਾਂ ਤਿੰਨਾਂ ਨੂੰ ਐਡ ਕਰੋ, ਅਲਕੋਹਲ ਬਣ ਜਾਊਗਾ। ਵੈਰੀ ਸਿੰਪਲ, ਕਰਕੇ ਦੇਖਦੇ ਹਾਂ, ਠੀਕ ਹੈ। ਫੈਕਟ ਕੀ ਹੈ, ਹੁਣ ਮੈंने ਤੁਹਾਨੂੰ ਕਿਹਾ ਨਾ ਕਿ ਇਹਨਾਂ ਸਾਰਿਆਂ ਦੇ ਵਿੱਚ H ਪੋਜ਼ਿਟਿਵ ਹੁੰਦਾ ਹੈ, ਸੈਪਰੇਟ ਕਰ ਲਓ। ਜੇਕਰ H2SO4 ਹੈ, ਇਹਦੇ ਵਿੱਚ H ਪੋਜ਼ਿਟਿਵ ਕੱਢ ਲਓ ਤੇ ਇਹਦੇ ਵਿੱਚੋਂ ਵੀ ਕੱਢ ਲਓ, ਠੀਕ ਹੈ ਨਾ। ਇਹਨਾਂ ਦਾ H ਪੋਜ਼ਿਟਿਵ ਸੈਪਰੇਟ ਕਰਕੇ ਰੱਖ ਲਓ, ਠੀਕ ਹੈ। ਤਾਂ ਇਹਨੂੰ ਅਸੀਂ ਸੈਪਰੇਟ ਕਰਕੇ ਰੱਖ ਲਿਆ। ਹੁਣ ਅਸੀਂ ਕਰਵਾਉਂਦੇ ਹਾਂ ਰਿਐਕਸ਼ਨ। ਹੋਊਗਾ ਕੀ, ਦੇਖੋ ਦਿਸ ਇਜ਼ ਅਲਕੀਨ, ਇਹ ਤਾਂ ਸਭ ਨੂੰ ਪਤਾ ਨਾ ਵੀ ਅਲਕੀਨ ਕਿਹੜੀ ਹੁੰਦੀ ਹੈ, ਜਿਸ ਦੇ ਵਿੱਚ ਡਬਲ ਬੌਂਡ ਹੁੰਦਾ ਹੈ। ਐਲਕਾਈਨਸ ਹੁੰਦੇ ਨੇ ਜਿਸ 'ਚ ਟ੍ਰਿਪਲ ਬੌਂਡ ਹੁੰਦਾ ਹੈ। ਇਹ ਐਲਕੀਨ ਹੈ, ਇਹ ਮੇਰੇ ਕੋਲੇ ਸਿਮੈਟ੍ਰੀਕਲ ਹੈ ਬਿਕੋਜ਼ ਦੋਨੋਂ ਸਾਈਡਾਂ ਤੇ ਕੀ ਹੈ, ਜਿੰਨਾ ਪੋਰਸ਼ਨ ਇੱਧਰ ਉਨਾ ਹੀ ਉੱਧਰ ਹੈ ਤੇ 2 ਕਾਰਬਨ ਸਿਮੈਟ੍ਰੀਕਲ ਹੈ। ਮੈਂ ਇਹਦੇ ਵਿੱਚ ਐਡ ਕਰ ਰਹੀ ਹਾਂ ਸਲਫਿਊਰਿਕ ਐਸਿਡ। ਕਿਸੇ ਨੂੰ ਇਹ ਡਾਊਟ ਤਾਂ ਨਹੀਂ ਵੀ ਦਿਸ ਇਜ਼ ਨਾਟ ਅ ਸਲਫਿਊਰਿਕ, ਦੇਖੋ ਸਲਫਿਊਰਿਕ ਹੈ, H2SO4 ਹੈ, ਮੈंने ਇਹਨੂੰ ਸੈਪਰੇਟ ਕਰਕੇ ਲਿਖਿਆ ਹੈ ਕਿਉਂਕਿ ਐਲਕੀਨ ਦੀ H ਪੋਜ਼ਿਟਿਵ ਨਾਲ ਬਣਦੀ ਹੈ। ਸਮਝ ਆ ਗਈ ਨਾ, ਤੈਨੂੰ ਸੈਪਰੇਟ ਕਰ ਲਓ ਤਾਂ ਹੋਏਗਾ ਕਿ 2 ਬਣ ਗਏ, 2 ਸੈਪਰੇਟ ਕਰਕੇ 2 ਪਾਰਟਸ ਬਣ ਗਏ। ਇੱਕ ਪਾਰਟ ਨੂੰ ਤੁਸੀਂ ਲਗਾ ਦਿਓ ਇਹਦੇ ਨਾਲ, ਇੱਕ ਪਾਰਟ ਨੂੰ ਤੁਸੀਂ ਲਗਾ ਦਿਓ ਇਹਦੇ ਨਾਲ, ਠੀਕ ਹੈ ਨਾ। ਜਦੋਂ ਅਟੈਚ ਹੋ ਗਿਆ ਪਾਰਟ, ਤੁਸੀਂ ਦੇਖ ਸਕਦੇ ਹੋ, ਦੇਖ ਰਹੇ ਹੋ ਨਾ ਕਿ ਇਹ ਪਾਰਟ ਜਿਹੜਾ ਹੈਗਾ ਦੈਟ ਇਜ਼ ਅਟੈਚ ਹੋ ਚੁੱਕਿਆ। ਇਸ ਤੋਂ ਬਾਅਦ ਕੀ ਕਰਨਾ, ਤੁਹਾਨੂੰ ਪਤਾ ਵੀ ਤੁਸੀਂ ਜਾਣਾ ਕਿੱਧਰ ਨੂੰ ਹੈ, ਅਲਕੋਹਲ ਵੱਲ ਜਾਣਾ ਹੈ, ਠੀਕ ਹੈ ਨਾ। ਤਾਂ ਤੁਹਾਨੂੰ CH3CH2 ਤਾਂ ਠੀਕ ਹੈ, ਬਟ ਇੱਥੇ ਤੁਹਾਨੂੰ ਕੀ ਚਾਹੀਦਾ ਹੈ, ਇੱਥੇ ਤੁਹਾਨੂੰ ਚਾਹੀਦਾ OH। OH ਲਿਆਉਣ ਵਾਸਤੇ ਤੁਸੀਂ ਕੀ ਕਰੋਗੇ, ਇਹਦੇ ਵਿੱਚ H2O ਵਾਟਰ, ਮਤਲਬ ਵਾਟਰ ਐਡ ਕਰ ਦੋਗੇ। ਵਾਟਰ ਦੇ ਵਿੱਚੋਂ ਕੀ ਹੋਏਗਾ, ਵਾਟਰ ਕਿਹੜੇ ਕਿਹੜੇ 2 ਪਾਰਟਸ ਨਾਲ ਬਣਿਆ ਹੁੰਦਾ, ਇੱਕ H ਨਾਲ ਇੱਕ OH ਨਾਲ, ਠੀਕ ਹੈ ਨਾ। OH ਜਿਹੜਾ ਹੈਗਾ ਉਹ ਤਾਂ ਇੱਥੇ ਆ ਜਾਊਗਾ, ਜਿਹੜਾ AH ਹੈ ਇਹ A ਵਾਲੇ ਨਾਲ ਮਿਲ ਕੇ H2SO4 ਹੀ ਬਣ ਕੇ ਬਾਹਰ ਹੋ ਜਾਊਗਾ। ਸਮਝ ਆ ਗਿਆ ਨਾ। ਸੋ ਦੈਟ ਮੀਨ ਐਲਕੀਨ ਤੋਂ ਕੀ ਬਣ ਗਿਆ, ਦਿਸ। ਜੇ ਪੇਪਰ ਦੇ ਵਿੱਚ ਐਲਕੀਨ ਦੇ ਵਿੱਚ ਤਿੰਨੋਂ ਚੀਜ਼ਾਂ ਐਡ ਹੋਈਆਂ ਲੱਗ ਰਹੀਆਂ ਨੇ ਨਾ ਤੁਹਾਨੂੰ, ਸਲਫਿਊਰਿਕ ਐਸਿਡ ਹੈ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਵਾਟਰ ਹੈ ਜਾਂ ਫਿਰ ਬੋਰੇਨ ਹੈ, ਤਾਂ ਤੁਹਾਨੂੰ ਸਾਫ਼ ਪਤਾ ਲੱਗ ਜਾਣਾ ਕਿ ਅਲਕੋਹਲ ਬਣੂਗਾ, ਠੀਕ ਹੈ। ਉੱਥੇ ਕਿਹੜਾ ਤੁਸੀਂ ਰਿਐਕਸ਼ਨਸ ਲਿਖਣੀਆਂ ਨੇ, ਉੱਥੇ ਤਾਂ ਆਪਸ਼ਨਸ ਹੀ ਚੱਕਣੇ ਹੁੰਦੇ ਨੇ, ਓਕੇ। ਸੋ ਸੈਕਿੰਡ ਜਿਹੜੀ ਹੈਗੀ ਆ, ਇਹਦੇ ਵਿੱਚ ਦੇਖੋ ਇਹ 'ਚ ਐਵੇਂ ਨਹੀਂ ਲੱਗ ਰਿਹਾ ਅਨਸਿਮੈਟ੍ਰੀਕਲ ਹੈ ਨਾ, ਅਨਸਿਮੈਟ੍ਰੀਕਲ ਹੈ ਇਹ। ਇਹਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਵੀ ਤੁਸੀਂ ਸਲਫਿਊਰਿਕ ਐਸਿਡ ਐਡ ਕਰ ਰਹੇ ਹੋ ਤਾਂ ਇਹਦੇ ਵਿੱਚ ਦੇਖੋ ਤੁਸੀਂ H ਪੋਜ਼ਿਟਿਵ ਕਿੱਧਰ ਜਾਊਗਾ, H ਪੋਜ਼ਿਟਿਵ ਲੱਗੂਗਾ ਇਹਦੇ ਨਾਲ ਤੇ HSO4 ਲੱਗੂਗਾ ਇਹਦੇ ਨਾਲ। ਕਿਉਂ, ਵਾਈ, ਐਵੇਂ ਕਿਉਂ ਹੋਇਆ, ਇਹ ਕਿਉਂ ਨਹੀਂ ਹੋਇਆ ਵੀ H ਪੋਜ਼ਿਟਿਵ ਇਹਦੇ ਨਾਲ ਕਿਉਂ ਨਹੀਂ ਲੱਗਿਆ, ਦੇਖੋ ਇਹ ਅਨਸਿਮੈਟ੍ਰੀਕਲ ਸੀ। ਅਨਸਿਮੈਟ੍ਰੀਕਲ 'ਚ ਤੁਹਾਨੂੰ ਸੋਚਣਾ ਪਊਗਾ ਵੀ H ਪੋਜ਼ਿਟਿਵ ਕਿਹਦੇ ਨਾਲ ਲੱਗੂਗਾ। ਇੱਥੇ ਤੁਸੀਂ ਲਾ ਸਕਦੇ ਹੋ ਮਾਰਕੋਨਿਵਸ ਰੂਲ, ਠੀਕ ਹੈ। ਮਾਰਕੋਨਿਵਸ ਰੂਲ ਕੀ ਕਹਿੰਦਾ ਹੁੰਦਾ ਹੈ ਕਿ ਜੇਕਰ ਅਨਸਿਮੈਟ੍ਰੀਕਲ ਹੋਵੇ ਤਾਂ H ਪੋਜ਼ਿਟਿਵ ਉੱਥੇ ਹੀ ਜਾਂਦਾ, ਜਿੱਥੇ ਜ਼ਿਆਦਾ H ਪੋਜ਼ਿਟਿਵ ਹੁੰਦੇ ਨੇ, ਇੱਥੇ ਜ਼ਿਆਦਾ H ਪੋਜ਼ਿਟਿਵ ਨੇ ਤਾਂ ਇੱਥੇ ਜਾਊਗਾ, ਓਕੇ। ਸੋ ਮਾਰਕੋਨਿਵ ਰੂਲ ਲਗਾ ਦਿਓ ਤੇ H ਇਹਦੇ ਨਾਲ ਇਹਨੂੰ ਅਟੈਚ ਕਰ ਦਿਓ ਤੇ ਸਿੰਗਲ ਬੌਂਡ 'ਚ ਹੋ ਜਾਊਗਾ। ਤੇ ਫਿਰ ਇਹਦੇ ਵਿੱਚ ਇਹ ਪੋਰਸ਼ਨ ਤੁਸੀਂ ਹਟਾਉਣਾ ਚਾਹੁੰਦੇ ਹੋ ਤਾਂ ਵਾਟਰ ਐਡ ਕਰ ਦਿਓ, ਪੋਰਸ਼ਨ ਜਿਹੜਾ ਉਹ ਹਟ ਜਾਊਗਾ। ਵੈਰੀ ਸਿੰਪਲ। ਨੈਕਸਟ ਤੇ ਆ ਜਾਓ ਐਗਜ਼ਾਮਪਲ, ਓਕੇ। ਤੇ ਆਪਣੇ ਕੋਲੇ ਹੋ ਗਈਆਂ, ਯੈਸ, ਇਹ ਹੋ ਗਈ ਸੀ ਆਪਣੇ ਕੋਲੇ ਸਲਫਿਊਰਿਕ ਐਸਿਡ ਵਾਲੀ ਰਿਐਕਸ਼ਨ ਤੇ ਵਾਟਰ ਵਾਲੀ ਹੋ ਗਈ, ਠੀਕ ਹੈ। ਇੱਕ ਥਰਡ ਹੈਗੀ ਆਪਣੇ ਕੋਲੇ ਬੋਰੇਨ ਵਾਲੀ। ਥਰਡ ਤੋਂ ਬਾਅਦ ਆਪਾਂ ਡਾਇਰੈਕਟ ਕਰਦੇ ਹਾਂ
ऑक्सीमरकुरेशन, ठीक है। ऑक्सीमरकुरेशन करते हैं सब तो पहला। ਹੁਣ ऑक्सीमरकुरेशन ਦੇ ਵਿੱਚ ਕੀ ਹੈ, ਵਾਟਰ ਵਾਲੀ ਵੀ ਸੇਮ ਹੀ ਰਿਐਕਸ਼ਨ, ਓਕੇ ਮੈਂ ਉਹੀ ਦੇਖ ਰਹੀ ਸੀ ਕਿ ਵਾਟਰ ਵਾਲੀ ਰਿਐਕਸ਼ਨ ਇੱਥੇ ਹੈ ਨਹੀਂ, ਵਾਟਰ ਵਾਲੀ ਰਿਐਕਸ਼ਨ ਸੇਮ ਹੀ ਹੋਏਗੀ, ਓਕੇ। ਜਿੱਦਾਂ ਤੁਸੀਂ H2SO4 ਦੇ ਵਿੱਚੋਂ ਤੁਸੀਂ H ਪੋਜ਼ੀਟਿਵ ਲਗਾਇਆ ਨਾ, ਓਕੇ, ਵਾਟਰ ਨੂੰ ਤੁਸੀਂ ਸਪਲਿਟ ਕਰ ਲਿਓ, ਵਾਟਰ ਨੂੰ ਸਪਲਿਟ ਕਰਕੇ ਕੀ ਬਣਦਾ ਹੈ, H ਪੋਜ਼ੀਟਿਵ OH ਨੈਗੇਟਿਵ, ਇੱਕ ਨਾਲ H ਪੋਜ਼ੀਟਿਵ ਲਾ ਦਿਓ, ਇੱਕ ਨਾਲ OH ਨੈਗੇਟਿਵ ਲਾ ਦਿਓ, ਬਸ ਉੱਥੋਂ ਤੁਹਾਡਾ ਡਾਇਰੈਕਟਲੀ ਜਿਹੜਾ ਅਲਕੋਹਲ ਜਿਹੜੀ ਆ ਪ੍ਰਪੇਅਰ ਹੋ ਜੂਗੀ। ਆਪਾਂ ਆਕਸੀਮਰਕੂਰੇਸ਼ਨ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਕੀ ਹੁੰਦਾ ਹੈ, ਦੇਖੋ ਤੁਹਾਡੇ ਕੋਲ ਕੋਈ ਐਲਕੀਨ ਹੈ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਐਲਕੀਨ ਹੈ, ਡਬਲ ਬੌਂਡ ਹੈ, ਓਕੇ। ਇਹਦੇ ਵਿੱਚ ਤੁਸੀਂ ਪ੍ਰੋਡਕਟ ਜਿਹੜਾ ਰਿਐਕਟੈਂਟ ਲੈਣਾ ਦੈਟ ਇਜ਼ ਦਿਸ, ਇਹਨੂੰ ਕੀ ਕਹਿੰਦੇ ਨੇ, ਦੈਟ ਇਜ਼ ਮਰਕਿਊਰਸ ਐਸੀਟੇਟ, ਜਾਂ ਕਹਿ ਸਕਦੇ ਹੋ ਤੁਸੀਂ ਇਹਨੂੰ ਐਡ ਜਦੋਂ ਕਰੋਗੇ ਇਨ ਦੀ ਪ੍ਰੈਜ਼ੈਂਸ ਆਫ ਵਾਟਰ ਤਾਂ ਕੀ ਹੋਏਗਾ, ਇਹਦੇ ਵਿੱਚੋਂ ਦੇਖੋ ਜਿਹੜਾ ਇਹਨੂੰ ਬ੍ਰੇਕ ਕਰ ਲਓ ਇਹਨੂੰ ਵੀ, ਠੀਕ ਹੈ ਨਾ, ਇਹਦੇ ਵਿੱਚੋਂ ਇੱਕ ਪੋਰਸ਼ਨ ਕੱਢ ਲਓ HgOAC, ਠੀਕ ਹੈ, ਇੱਕ ਪੋਰਸ਼ਨ ਤਾਂ ਲੱਗ ਜੂਗਾ ਇਹਦੇ ਨਾਲ, ਤੇ ਇਹਦੇ ਵਿੱਚੋਂ ਕੀ ਕੱਢੋਗੇ ਦੈਟ ਇਜ਼ OH ਇਹਦੇ ਨਾਲ ਲੱਗ ਜੂਗਾ, ਇਹ ਵਾਲਾ ਪ੍ਰੋਡਕਟ ਬਣ ਜੂਗਾ, ਠੀਕ ਹੈ ਨਾ। ਬਟ ਸਾਨੂੰ ਸਾਡੇ ਪ੍ਰੋਡਕਟ ਦੇ ਵਿੱਚ ਇਹ ਵਾਲਾ ਪੋਰਸ਼ਨ ਨਹੀਂ ਚਾਹੀਦਾ, ਅਸੀਂ ਅਲਕੋਹਲ ਪ੍ਰਪੇਅਰ ਕਰ ਰਹੇ ਹਾਂ, ਤਾਂ ਅਸੀਂ ਕੀ ਕਰਾਂਗੇ, ਇਹ ਵਾਲੇ ਮਤਲਬ ਇਹਨੂੰ ਰੀਏਜੈਂਟ ਨੂੰ ਯੂਜ਼ ਕਰਾਂਗੇ, ਠੀਕ ਹੈ। ਇਸ ਰੀਏਜੈਂਟ ਨੇ ਕੀ ਕਰਨਾ ਹੈ, ਇਸ ਰੀਏਜੈਂਟ ਦਾ ਕੰਮ ਹੁੰਦਾ ਹੈਗਾ ਇਹ ਵਾਲੇ ਪੋਰਸ਼ਨ ਨੂੰ ਹਟਾ ਦੇਣਾ, ਠੀਕ ਹੈ, ਇੱਥੋਂ ਐਲੀਮੀਨੇਸ਼ਨ ਕਰ ਦੂਗਾ ਇਹ ਪੋਰਸ਼ਨ ਨੂੰ, ਤਾਂ ਐਲੀਮੀਨੇਸ਼ਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ, ਠੀਕ ਹੈ ਨਾ, ਇਹ ਤੁਹਾਡੇ ਕੋਲ ਪ੍ਰੋਪਰ ਜਿਹੜੀ ਹੈਗੀ ਹੈ ਅਲਕੋਹਲ ਤਿਆਰ ਹੋ ਜਾਂਦੀ ਹੈ। ਦੇਖੋ ਇੱਥੋਂ ਤੋਂ ਇੱਥੇ ਤੱਕ ਜਿਹੜਾ ਪ੍ਰੋਸੈਸ ਹੁੰਦਾ ਹੈ ਇਹਨੂੰ ਆਕਸੀਮਰਕੂਰੇਸ਼ਨ ਕਹਿੰਦੇ ਨੇ, ਠੀਕ ਹੈ ਨਾ, ਕਿ ਇੱਥੇ ਤਾਂ ਅਸੀਂ ਐਡ ਕਰ ਰਹੇ ਹਾਂ ਇਹਨੂੰ, ਇਹਦੇ ਨਾਲ ਅਟੈਚ ਹੋ ਰਹੀ ਆ, ਬਟ ਇੱਥੋਂ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੈ, ਇਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੈ ਮੀਨਜ਼ ਇਹਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਇਹਨੂੰ ਕਹਿੰਦੇ ਨੇ ਡੀਆਕਸੀਮਰਕੂਰੇਸ਼ਨ, ਠੀਕ ਹੈ ਨਾ, ਡੀਆਕਸੀਮਰਕੂਰੇਸ਼ਨ ਇਹਨੂੰ ਕਿਹਾ ਜਾਂਦਾ ਹੈ। ਇੱਕ ਹੋਰ ਇਹਦੇ ਸੇਮ ਰਿਐਕਸ਼ਨ ਦੀ ਗੱਲ ਕਰ ਲੈਂਦੇ ਹਾਂ, ਜਿਵੇਂ ਆਪਣੇ ਕੋਲੇ ਸਪੋਜ਼ ਇਹ ਹੈ, ਇੱਥੋਂ ਵੀ ਪਤਾ ਲੱਗ ਰਿਹਾ ਕਿ ਇਹ ਈਨ ਹੈਗੀ ਆ, ਠੀਕ ਹੈ ਨਾ, ਤਾਂ ਇਹਦੇ ਵਿੱਚ ਵੀ ਤੁਸੀਂ ਸੇਮ ਹੀ ਜਿਹੜਾ ਹੈ ਰੀਏਜੈਂਟ ਐਡ ਕਰਨਾ ਹੈ, ਰੀਏਜੈਂਟ ਐਡ ਕਰੋਗੇ ਤਾਂ ਹੋਏਗਾ ਕੀ, ਓਕੇ, ਵਾਟਰ ਵੀ ਐਡ ਕੀਤਾ ਜਾ ਰਿਹਾ ਨਾ, ਸਿਮਿਲਰਲੀ OH ਜਿਹੜਾ ਹੈ ਉਹ ਇਹ ਵਾਲੇ ਕਾਰਬਨ ਨਾਲ ਲੱਗ ਜੂਗਾ, ਤੇ ਜਿਹੜਾ ਇੱਕ ਪੋਰਸ਼ਨ ਇਹਦੇ ਵਿੱਚੋਂ ਕੱਢਿਆ ਉਹ ਇਹ ਵਾਲੇ ਕਾਰਬਨ ਨਾਲ ਲੱਗ ਜੂਗਾ, ਦੇਖ ਸਕਦੇ ਹੋ ਤੁਸੀਂ, ਓਕੇ। ਤੇ ਫਿਰ ਹੁਣ ਇਹ ਕੀ ਹੈ, ਦਿਸ ਇਜ਼ ਆਕਸੀਮਰਕੂਰੇਸ਼ਨ। ਜੇ ਐਗਜ਼ਾਮ ਦੇ ਵਿੱਚ ਇਹ ਵਾਲਾ ਰੀਏਜੈਂਟ ਯੂਜ਼ ਕੀਤਾ ਇਸ ਤੋਂ ਬਾਅਦ ਤਾਂ ਇਹਨੂੰ ਹਟਾ ਦੇਣਾ, ਇਹ ਵਾਲੇ ਨੂੰ ਹਟਾ ਕੇ ਸਿੰਪਲੀ ਜਿਹੜਾ ਹੈ ਇਹਦੇ ਵਿੱਚ ਕਨਵਰਟ ਹੋ ਜੂ, ਦਿਸ ਇਜ਼ ਡੀਮਰਕੂਰੇਸ਼ਨ, ਓਕੇ। ਸੋ ਨੈਕਸਟ ਆਪਾਂ ਕਰਦੇ ਹਾਂ ਅਲਕੋਹਲ ਦੇ ਪ੍ਰੈਪਰੇਸ਼ਨ ਮੈਥਡ ਕਰ ਰਹੇ ਹਾਂ, ਜਿਹਦੇ ਵਿੱਚ ਹੁਣ ਅਸੀਂ 5 ਤੱਕ ਕਰ ਲਏ। 6th ਕੀ ਹੈ, ਆਕਸੀਰੇਨ ਤੋਂ ਵੀ ਅਲਕੋਹਲ ਨੂੰ ਪ੍ਰਪੇਅਰ ਕੀਤਾ ਜਾ ਸਕਦਾ ਹੈ। ਹੁਣ ਆਕਸੀਰੇਨ ਦਾ ਕੀ ਫਾਰਮੂਲਾ, ਆਹ ਦੇਖ ਸਕਦੇ ਹੋ ਤੁਸੀਂ ਆਕਸੀਰੇਨ ਦਾ ਫਾਰਮੂਲਾ, ਇਹਦੇ ਵਿੱਚ ਤੁਸੀਂ ਐਡ ਕਰਨਾ ਹੈ ਗ੍ਰਿਗਨਾਰਡ ਰੀਏਜੈਂਟ, ਤੁਸੀਂ ਦੇਖੋ ਕੀ ਬਣਾਉਣਾ ਹੈ, OH ਬਣਾਉਣਾ ਹੈ ਨਾ, OH ਦੀ ਤਰਫ ਜਾਣਾ ਹੈ, ਤਾਂ ਕੀ ਬਣੂਗਾ ਦੈਟ ਇਜ਼, ਇਹ ਤੁਹਾਨੂੰ ਇਹਨੂੰ ਤੁਸੀਂ ਖੋਲ ਕੇ ਵੀ ਲਿਖ ਸਕਦੇ ਹੋ, ਜਿਹੜਾ ਇਹ ਆਕਸੀਰੇਨ ਲਿਖਿਆ ਹੋਇਆ ਇਹਨੂੰ ਓਪਨ ਕਰਕੇ ਵੀ ਲਿਖ ਸਕਦੇ ਹੋ, ਤਾਂ ਕੀ ਹੋਏਗਾ CH3MgBr ਗ੍ਰਿਗਨਾਰਡ ਰੀਏਜੈਂਟ ਹੈ, ਹੋਏਗਾ ਕਿ ਜੋ CH3MgBr ਉਹ ਕਿਸੇ ਵੀ ਇੱਕ ਇਹਦੇ ਨਾਲ ਲਗਾ ਦਿਓ, ਗਰੁੱਪ ਨਾਲ ਲਗਾ ਦਿਓ, ਹੈ ਨਾ, ਉੱਦਾਂ ਹੀ ਜਿਵੇਂ ਉੱਪਰ ਕੀਤਾ ਸੀ ਅਸੀਂ ਉੱਦਾਂ ਹੀ ਸੇਮ MgBr ਇਹਦੇ ਨਾਲ ਲਗਾ ਦਿਓ, ਲੱਗ ਗਿਆ। ਉੱਥੇ ਵੀ ਦੱਸਿਆ ਸੀਗਾ ਕਿ ਅਗਰ ਇਹ ਪੋਰਸ਼ਨ ਨੂੰ ਰਿਮੂਵ ਕਰਨਾ ਹੈ ਤਾਂ ਹਾਈਡਰੋਲਿਸਿਸ ਕਰ ਦਿਓ, ਹਾਈਡਰੋਲਿਸਿਸ ਕਰਕੇ ਤੁਸੀਂ ਦੇਖ ਸਕਦੇ ਹੋ ਅਲਕੋਹਲ ਜਿਹੜੀ ਆ ਉਹ ਪ੍ਰਪੇਅਰ ਹੋ ਚੁੱਕੀ ਹੈ, ਠੀਕ ਹੈ ਜੀ। ਸੋ ਆਕਸੀਰੇਨ ਦਾ ਵੀ ਸਿੰਪਲ ਹੀ ਸੀਗਾ, ਓਕੇ। ਸੋ ਨੈਕਸਟ ਜਿਹੜਾ ਆਪਾਂ ਗੱਲ ਕਰ ਲੈਂਦੇ ਹਾਂ 7th ਪੋਰਸ਼ਨ ਦੀ। 7th ਪੋਰਸ਼ਨ ਦੇ ਵਿੱਚ ਕੀ ਦੱਸਿਆ ਇਹਨਾਂ ਨੇ, ਇੱਕ ਮਿੰਟ, ਹਾਂਜੀ ਹੁਣ ਅਸੀਂ ਗੱਲ ਕਰਦੇ ਹਾਂ ਫਰੋਮ ਐਲੀਫੈਟਿਕ ਪ੍ਰਾਇਮਰੀ ਅਮਾਈਨਸ ਤੋਂ ਬਾਅਦ ਇਹਦੇ ਵਿੱਚ ਕੀ ਹੁੰਦਾ ਹੈ, ਤੁਸੀਂ ਕੀ ਲੈਣੇ ਨੇ, ਐਲੀਫੈਟਿਕ ਪ੍ਰਾਇਮਰੀ ਅਮਾਈਨ ਲੈਣੇ ਨੇ, ਇਹ ਤੁਸੀਂ ਦੇਖ ਸਕਦੇ ਹੋ, ਠੀਕ ਹੈ ਨਾ, ਇਹ ਐਲੀਫੈਟਿਕ ਨੇ ਬਿਕੋਜ਼ ਇਹਦੇ ਵਿੱਚ ਕੋਈ ਰਿੰਗ ਦੀ ਗੱਲ ਨਹੀਂ ਹੋ ਰਹੀ, ਠੀਕ ਹੈ। ਤਾਂ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, ਜਿੱਥੇ ਮੈंने ਡਾਟਰ ਲਗਾਈ ਹੈ ਇੱਥੋਂ ਅਸੀਂ ਬ੍ਰੇਕੇਜ ਕਰਨੀ ਹੈ ਇਹਨਾਂ ਦੀ, ਓਕੇ। ਬ੍ਰੇਕੇਜ ਤਾਂ ਹੋਏਗੀ ਕੋਈ ਇੱਦਾਂ ਦੇ ਤੁਸੀਂ ਇਹਦੇ ਵਿੱਚ ਰਿਐਕਟੈਂਟ ਐਡ ਕਰੋਗੇ, ਅਗਰ HONO ਰਿਐਕਟ ਕਰਦੇ ਹਾਂ ਇਨ ਦੀ ਪ੍ਰੈਜ਼ੈਂਸ ਆਫ ਦੈਟ ਇਜ਼ ਸੋਡੀਅਮ ਨਾਈਟ੍ਰੇਟ ਇਨ HCl, ਇਹ ਦੋਨੋਂ ਜਿਹੜੇ ਨੇ ਯਾਦ ਰੱਖਣੇ ਨੇ, ਠੀਕ ਹੈ। ਇਹ ਆਪਾਂ ਇਸ ਲਈ ਐਡ ਕਰ ਰਹੇ ਹਾਂ ਕਿਉਂਕਿ ਸਾਨੂੰ ਇੱਥੇ ਚਾਹੀਦਾ OH, ਠੀਕ ਹੈ, OH ਇੱਥੇ ਹੈ, OH ਲੱਗ ਜਾਏਗਾ, ਬਟ NH2 ਵੀ ਤਾਂ ਰਿਮੂਵ ਕਰਨਾ ਹੈ, NH2 ਕਿਵੇਂ ਰਿਮੂਵ ਹੋਏਗਾ, NH2 ਦੇ ਵਿੱਚੋਂ N ਜਿਹੜਾ ਹੈ ਉਹ N ਨਾਲ N2 ਬਣ ਕੇ ਰਿਮੂਵ ਹੋ ਜਾਏਗਾ, ਠੀਕ ਹੈ ਨਾ, ਤੇ ਜਿਹੜਾ ਇਹ H2 ਹੈ ਇਹ O ਨਾਲ ਬਣ ਕੇ ਦੈਟ ਇਜ਼ ਵਾਟਰ ਬਣ ਕੇ ਰਿਮੂਵ ਹੋ ਜਾਏਗਾ, ਠੀਕ ਹੈ ਨਾ। ਸੋ ਇਸ ਵੇ ਦੇ ਨਾਲ ਅਸੀਂ ਕੀ ਕੀਤਾ, NH2 ਨੂੰ ਵੀ ਮਤਲਬ ਇਹਨਾਂ ਲਈ ਵੀ ਆਪਾਂ ਨੇ ਸੋਚਿਆ ਕਿ ਜੋ NO ਹੈ ਇਹ ਇਹਦੇ ਨਾਲ ਵਰਕ ਕਰੇਗਾ ਤੇ OH ਜਿਹੜਾ ਇਹਦੀ ਪਲੇਸ ਲੈ ਲਏਗਾ, ਠੀਕ ਹੈ ਨਾ। ਸੋ ਇਸ ਤਰੀਕੇ ਨਾਲ ਇਹ ਫਰੋਮ ਐਲੀਫੈਟਿਕ ਪ੍ਰਾਇਮਰੀ ਅਮਾਈਨਸ ਤੁਸੀਂ ਯਾਦ ਕਰ ਸਕਦੇ ਹੋ।
ਆ ਰਿਐਕਸ਼ਨ ਉਹੀ ਆ ਗਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਲਕੀਨ ਵਿਦ ਵਾਟਰ ਵਾਲੀ ਗੱਲ ਕਰ ਰਹੀ ਸੀ ਨਾ ਮੈਂ, ਤਾਂ ਇੱਥੋਂ ਤੁਸੀਂ ਕਰ ਸਕਦੇ ਹੋ। ਕਿੱਦਾਂ ਦੇਖੋ, ਪ੍ਰੋਪੀਨ ਜੇਕਰ ਵਾਟਰ ਹੈ, H ਪੋਜ਼ੀਟਿਵ ਹੈ ਨਾ, H ਪੋਜ਼ੀਟਿਵ ਜਿਹੜਾ ਹੈ ਇਹਨੂੰ ਬ੍ਰੇਕ ਕਰ ਲਓ OH ਤੇ H 'ਚ, ਇੱਕ ਦੇ ਨਾਲ ਤੁਸੀਂ H ਲਾ ਦਿਓ, ਇੱਕ ਦੇ ਨਾਲ OH ਲਗਾ ਦਿਓ, ਆ ਦੇਖ ਲਓ, ਠੀਕ ਹੈ ਨਾ, ਬਣ ਗਿਆ ਪ੍ਰੋਡਕਟ। ਸੋ ਨੈਕਸਟ ਕੀ ਹੈ ਇਹਦੇ ਵਿੱਚ, ਕੀ ਦਿੱਤਾ ਹੋਇਆ ਤੁਹਾਨੂੰ, ਦੇਖੋ CH3CH3CH2, ਇਹ ਤੁਹਾਨੂੰ ਥੋੜਾ ਦੇਤਾ ਵੀ ਲਾਈਕ ਅਨਸਿਮੈਟ੍ਰੀਕਲ ਹੈ ਨਾ। ਅਨਸਿਮੈਟ੍ਰੀਕਲ ਦੇ ਵਿੱਚ ਕੀ ਹੋਏਗਾ, ਇੱਕ ਨਾਲ ਤੁਸੀਂ H ਪੋਜ਼ੀਟਿਵ ਲਗਾ ਦੋਗੇ, ਦੇਖੋ ਇਹਦੇ ਕੋਲੇ ਵੱਧ ਹਾਈਡਰੋਜਨ ਨੇ, ਇਹਦੇ ਕੋਲੇ ਹਾਈਡਰੋਜਨ ਘੱਟ ਨੇ, ਮੀਨਸ ਹੈ ਨਹੀਂਗੇ, ਤਾਂ ਤੁਸੀਂ ਇਹਦੇ ਨਾਲ ਕੀ ਲਗਾ ਦੇਣਾ ਗਾ, H ਲਗਾ ਦੇਣਾ, ਇਹਦੇ ਨਾਲ ਕੀ ਲਗਾ ਦੇਣਾ OH, ਤੁਹਾਡੇ ਕੋਲੇ ਅਲਕੋਹਲ ਪ੍ਰਪੇਅਰ ਹੋ ਜੂਗੀ। ਕਿਹੜਾ ਰੂਲ ਆਇਆ, ਮਾਰਕੋਨਿਵਸ ਰੂਲ। ਮਾਰਕੋਨਿਵਸ ਰੂਲ ਕੀ ਕਹਿੰਦਾ ਹੁੰਦਾ ਕਿ ਜਿਹਦੇ ਕੋਲੇ ਵੱਧ ਹਾਈਡਰੋਜਨ ਨੇ, ਹਾਈਡਰੋਜਨ ਜਿਹੜਾ ਹੈ ਉਹਦੇ ਕੋਲ ਹੀ ਜਾਊਗਾ, ਠੀਕ ਹੈ। ਸੋ ਡਬਲ ਬੌਂਡ ਦੇ ਕਾਰਬਨ ਦੇਖਣਾ ਹੁੰਦਾ ਨਾ, ਆ ਦੇਖੋ ਇਹਦੇ ਵਿੱਚ ਡਬਲ ਬੌਂਡ ਕਾਰਬਨ ਦੇ, ਦੇਖੋ ਕਿਹੜੇ ਕਾਰਬਨ ਕੋਲੇ ਵੱਧ ਹਾਈਡਰੋਜਨ ਨੇ, ਇਹ ਵਾਲੇ ਕਾਰਬਨ ਕੋਲੇ, ਇਸ ਕਰਕੇ। ਨੈਕਸਟ ਤੁਸੀਂ ਦੇਖ ਸਕਦੇ ਹੋ ਅਲਕੀਨ ਵਿਦ ਬੋਰੇਨ ਵਾਲਾ ਵੀ ਕੇਸ ਸੀਗਾ। ਬੋਰੇਨ ਵਾਲਾ ਤੁਸੀਂ ਦੇਖ ਸਕਦੇ ਹੋ ਕਿ ਅਲਕੀਨ ਹੋ ਗਈ ਸਾਡੇ ਕੋਲੇ, ਤੇ ਬੋਰੇਨ ਦਾ ਫਾਰਮੂਲਾ ਕੀ ਹੁੰਦਾ, ਇਹ ਫਾਰਮੂਲਾ ਹੁੰਦਾ ਨਾ, ਬ੍ਰੇਕ ਕਰ ਲਓ ਦੋ ਪਾਰਟਸ ਦੇ ਵਿੱਚ, ਇੱਕ ਕੀ ਬਣ ਜੂਗਾ H ਤੇ ਦੂਜਾ ਕੀ ਬਣ ਜੂਗਾ, ਦੈਟ ਇਜ਼ BH2। ਤਾਂ ਜਦੋਂ ਇੱਕ ਜਿਹੜਾ H ਹੈ ਉਹ ਕਿਹਦੇ ਨਾਲ ਲੱਗੂਗਾ ਜਾ ਕੇ, ਇਹਦੇ ਵਿੱਚ ਜਿਹੜਾ ਬੋਰੇਨ ਵਾਲਾ ਕੇਸ ਹੈ ਇਹਦੇ ਵਿੱਚ H ਇਹਦੇ ਨਾਲ ਲੱਗੂਗਾ, ਇੱਥੇ ਲੱਗਦਾ ਐਂਟੀ ਮਾਰਕੋਨਿਵ ਰੂਲ। ਓਕੇ, ਇਹ ਯਾਦ ਰੱਖਣਾ ਤੁਸੀਂ, ਬੋਰੇਨ ਵਾਲੇ ਕੇਸ ਦੇ ਵਿੱਚ ਅਸੀਂ ਐਂਟੀ ਮਾਰਕੋਨਿਵ ਰੂਲ ਲਗਾਉਂਦੇ ਹਾਂ, ਤੇ ਜਿਹੜਾ BH2 ਹੈ ਉਹ ਲੱਗੂਗਾ ਇਹਦੇ ਨਾਲ ਜਾ ਕੇ, ਦੇਖ ਲਓ ਲੱਗ ਗਿਆ। ਫਿਰ ਉਹੀ ਗੱਲ ਫੇਰ ਆ ਗਈ ਕਿ ਇੱਥੇ ਸਾਨੂੰ ਚਾਹੀਦਾ OH, ਇੱਥੇ ਸਾਨੂੰ OH ਚਾਹੀਦਾ, ਤਾਂ ਹਾਈਡਰੋਲਿਸਿਸ ਕਰ ਦਿਓ, OH ਆ ਜਾਊਗਾ, ਠੀਕ ਹੈ ਨਾ, ਇਹ ਵਾਲਾ ਪੋਰਸ਼ਨ ਹੈ ਜਿਹੜਾ ਰਿਮੂਵ ਹੋ ਜਾਊਗਾ। ਸੋ ਨੈਕਸਟ ਦੇਖ ਸਕਦੇ ਹੋ ਆਕਸੀਮਰਕੂਰੇਸ਼ਨ ਰਿਡਕਸ਼ਨ, ਇਹ ਆਲਰੇਡੀ ਅਸੀਂ ਕਰ ਲਿਆ, ਤੇ ਇਹਦੇ ਵਿੱਚ ਇਹੀ ਦੱਸਿਆ ਹੋਇਆ ਕਿ ਦੇਖੋ ਜੇਕਰ ਅਲਕੀਨ ਹੈ, ਠੀਕ ਹੈ ਨਾ, ਉਹਦੇ 'ਚ ਤੁਸੀਂ ਇਹ ਵਾਲੇ ਰਿਐਕਟੈਂਟਸ ਨੂੰ ਐਡ ਕਰਦੇ ਹੋ ਨਾ, ਤਾਂ ਉਹ ਐਲਕੀਨ ਦੀ ਅਸੀਂ ਕੀ ਕਰ ਰਹੇ ਹਾਂ, ਆਕਸੀਮਰਕੂਰੇਸ਼ਨ ਕਰ ਰਹੇ ਹਾਂ। ਆਕਸੀਮਰਕੂਰੇਸ਼ਨ ਮੀਨ ਇਹ ਵਾਲਾ ਪ੍ਰੋਡਕਟ ਆ ਕੇ ਇਹਦੇ ਨਾਲ ਅਟੈਚ ਹੋ ਜਾਂਦਾ ਹੈ। ਬਟ ਜੇਕਰ ਤੁਸੀਂ ਇਸ ਨੂੰ ਹਟਾਉਣਾ, ਇਹਦੀ ਜਗ੍ਹਾ ਤੇ OH ਤੁਸੀਂ ਲਾਉਣਾ ਚਾਹੁੰਦੇ ਹੋ, ਠੀਕ ਹੈ, ਤਾਂ ਕੀ ਹੋਏਗਾ, ਡੀਮਰਕੂਰੇਸ਼ਨ ਦੇ ਲਈ ਪੇਪਰ 'ਚ ਇਹ ਵੀ ਆ ਸਕਦਾ ਵੀ ਡੀਮਰਕੂਰੇਸ਼ਨ ਦੇ ਲਈ ਕਿਹੜਾ ਰੀਏਜੈਂਟ ਜਿਹੜਾ ਅਸੀਂ ਐਡ ਕਰਦੇ ਹਾਂ, ਠੀਕ ਹੈ, ਇਹਨੂੰ ਲਰਨ ਕਰ ਲਿਓ ਤੁਸੀਂ ਰੀਏਜੈਂਟਸ ਨੂੰ। ਤੇ ਬਾਕੀ ਅਸੀਂ ਗੱਲ ਕਰਦੇ ਹਾਂ ਹੁਣ ਫਿਨੋਲਸ ਦੀ ਵੀ ਗੱਲ ਕਰ ਹੀ ਲੈਂਦੇ ਹਾਂ ਕਿ ਮੈਥਡਸ ਆਫ ਪ੍ਰੈਪਰੇਸ਼ਨ ਆਫ ਫਿਨੋਲਸ ਕਿਹੜੇ ਕਿਹੜੇ ਹੁੰਦੇ ਨੇ। ਸੋ ਇਹਦੇ ਵਿੱਚ ਕੀ ਹੁੰਦਾ ਹੈਗਾ, ਸਭ ਤੋਂ ਪਹਿਲਾ ਮੈਥਡ ਹੈ, ਅਸੀਂ ਫਿਨੋਲ ਨੂੰ ਤਿਆਰ ਕਰਦੇ ਹਾਂ ਬੈਂਜ਼ੀਨ ਤੋਂ, ਠੀਕ ਹੈ ਨਾ, ਬੈਂਜ਼ੀਨ ਤੋਂ ਤਿਆਰ ਕੀਤਾ ਜਾਂਦਾ ਹੈ। ਜਾਂ ਤਾਂ ਤੁਹਾਨੂੰ ਬੈਂਜ਼ੀਨ ਆ ਸਕਦਾ ਹੈ, ਬੈਂਜ਼ੀਨ ਦੇ ਵਿੱਚ ਤੁਹਾਨੂੰ H2SO4 ਪਾ ਕੇ ਇੱਥੇ ਲਿਖ ਦੇਣਗੇ X ਕੀ ਹੈ, ਇੱਥੇ Y ਲਿਖ ਦੇਣਗੇ, ਠੀਕ ਹੈ ਨਾ, ਇੱਥੇ Z ਲਿਖ ਦੇਣਗੇ, ਪੁੱਛਣਗੇ ਕਿ Y ਕੀ ਹੈ ਜਾਂ Z ਕੀ ਹੈ। ਓਕੇ, ਐਵੇਂ ਦੀਆਂ ਰਿਐਕਸ਼ਨਸ ਪੁੱਛੀਆਂ ਗਈਆਂ ਹੋਈਆਂ ਨੇ ਪੇਪਰ ਦੇ ਵਿੱਚ। ਸੋ ਪਹਿਲਾਂ ਅਸੀਂ ਗੱਲ ਕਰਦੇ ਹਾਂ, ਦੇਖੋ ਬੈਂਜ਼ੀਨ, ਬੈਂਜ਼ੀਨ ਦੇ ਵਿੱਚ ਤੁਸੀਂ ਕੀ ਐਡ ਕਰਨਾ ਹੈ, H2SO4 ਸਲਫਿਊਰਿਕ ਐਸਿਡ। ਤਾਂ ਜਿਹੜਾ ਇਹਦੇ ਵਿੱਚੋਂ, ਇਹਨੂੰ ਅਸੀਂ ਸਲਫੋਨੇਸ਼ਨ ਵੀ ਕਹਿੰਦੇ ਹਾਂ ਬੇਸਿਕਲੀ, ਜਦੋਂ ਇਹ ਦੋਨੋਂ ਰਿਐਕਟ ਕਰਦੇ ਨੇ ਨਾ, ਇਹਨੂੰ ਸਲਫੋਨੇਸ਼ਨ ਵੀ ਕਿਹਾ ਜਾਂਦਾ ਹੈ। ਸਲਫੋਨੇਸ਼ਨ ਦੇ ਵਿੱਚ ਕੀ ਹੁੰਦਾ, ਜੋ HSO3 ਹੈਗਾ ਉਹ ਨਿਕਲ ਕੇ ਕੀ ਹੁੰਦਾ, ਇੱਕ ਕਾਰਬਨ ਨਾਲ ਅਟੈਚ ਹੁੰਦਾ ਹੈ। ਅਸੀਂ ਇਹਦੇ ਵਿੱਚੋਂ ਕੀ ਫਾਈਂਡ ਕੀਤਾ, ਦੈਟ ਇਜ਼ HSO3, ਠੀਕ ਹੈ, ਉਹ ਇਹਦੇ ਨਾਲ ਅਟੈਚ ਹੋ ਗਿਆ। ਹੁਣ ਅਸੀਂ ਕੀ ਕਰਾਂਗੇ, ਸਾਨੂੰ SO3H ਤਾਂ ਨਹੀਂ ਚਾਹੀਦਾ, ਠੀਕ ਹੈ ਨਾ, ਅਸੀਂ ਕੀ ਕਰਾਂਗੇ, ਸਾਨੂੰ H ਪੋਜ਼ੀਟਿਵ ਦੀ ਜਗ੍ਹਾ ਤੇ Na ਚਾਹੀਦਾ, ਤਾਂ ਤੁਸੀਂ ਕੀ ਐਡ ਕਰਨਾ, NaOH ਐਡ ਕਰ ਦਿਓ। NaOH ਜਦੋਂ ਇਹਦੇ ਵਿੱਚ ਐਡ ਹੋਊਗਾ ਤਾਂ ਸਾਡੇ ਕੋਲ ਕੀ ਬਣ ਜਾਊਗਾ, SO3Na, ਠੀਕ ਹੈ। ਅਗੇਨ ਇਹਦੇ ਵਿੱਚ ਕੀ ਕਰਨਾ, ਤੁਸੀਂ NaOH ਐਡ ਕਰ ਦਿਓ, ਠੀਕ ਹੈ, ਕੀ ਬਣ ਜਾਊਗਾ, ਇਹ SO3 ਵੀ ਰਿਮੂਵ ਹੋ ਜਾਊਗਾ। ਜਾਂ ਇੱਕ ਇਹ ਹੋ ਸਕਦਾ ਵੀ ਤੁਸੀਂ ਇਸ ਤੋਂ ਡਾਇਰੈਕਟ ਇਹ ਵੀ ਪ੍ਰਪੇਅਰ ਕਰ ਸਕਦੇ ਹੋ, ਕਿਵੇਂ, ਤੁਸੀਂ ਲਿਖ ਸਕਦੇ ਹੋ 2NaOH, ਠੀਕ ਹੈ, ਪੇਪਰ 'ਚ ਜੇ 2NaOH ਹੈ ਤਾਂ ਡਾਇਰੈਕਟ ਇਹ ਆ ਜਾਊਗਾ, ਠੀਕ ਹੈ ਜੀ। ਜੇਕਰ ਹੁਣ ਤੁਹਾਨੂੰ ਚਾਹੀਦਾ Na ਦੀ ਜਗ੍ਹਾ ਤੇ ਕੀ ਚਾਹੀਦਾ, ਤੁਹਾਨੂੰ H ਚਾਹੀਦਾ ਨਾ, ਤਾਂ ਕੁਝ ਐਵੇਂ ਦਾ ਐਡ ਕਰੋ ਜਿਹ 'ਚ H ਹੋਵੇ, ਜਿਵੇਂ ਕਿ HCl ਐਡ ਕਰ ਸਕਦੇ ਹਾਂ, ਤਾਂ ਕੀ ਬਣ ਜਾਂਦਾ, ਫਿਨੋਲ ਬਣ ਜਾਂਦਾ। ਇਹ ਫਾਰਮੂਲਾ ਹੁੰਦਾ ਜੀ ਫਿਨੋਲ ਦਾ, ਠੀਕ ਹੈ ਨਾ, ਇਹ ਹੁੰਦਾ ਬੈਂਜ਼ੀਨ ਦੇ ਉੱਪਰ OH ਗਰੁੱਪ ਲੱਗਿਆ ਹੋਵੇ, ਉਹਨੂੰ ਕਹਿੰਦੇ ਨੇ ਫਿਨੋਲ। ਜਿਹੜੇ ਇਹ ਵਾਲਾ ਪ੍ਰੋਡਕਟ ਹੈ ਇਹਨੂੰ ਕਹਿੰਦੇ ਨੇ ਸੋਡੀਅਮ ਫਿਨੋਕਸਾਈਡ। ਕੀ ਕਿਹਾ ਜਾਂਦਾ ਇਹਨੂੰ, ਸੋਡੀਅਮ ਫਿਨੋਕਸਾਈਡ। ਸੋ ਇਹ ਰਿਐਕਸ਼ਨਸ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਬੈਂਜ਼ੀਨ ਤੋਂ ਤੁਸੀਂ ਕੀ ਤਿਆਰ ਕੀਤਾ, ਜਾਂ ਬੈਂਜ਼ੀਨ ਤੋਂ ਕਹਿ ਦਿਓ ਜਾਂ ਸਲਫੋਨਿਕ ਐਸਿਡ ਤੋਂ ਕਹਿ ਦਿਓ, ਠੀਕ ਹੈ, ਫਿਨੋਕਸਾਈਡ ਬਣਦਾ ਤੇ ਫਿਨੋਲ ਬਣਦਾ। ਨੈਕਸਟ ਦੇਖੋ, ਫਰੋਮ ਐਨੀਲੀਨ। ਐਨੀਲੀਨ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਦੈਟ ਇਜ਼ ਬੈਂਜ਼ੀਨ ਦੇ ਉੱਪਰ ਕਿਹੜਾ ਰਿੰਗ ਲੱਗਿਆ, ਕਿਹੜਾ ਗਰੁੱਪ ਲੱਗਿਆ ਹੁੰਦਾ, NH2, ਇਹਨੂੰ ਕਹਿੰਦੇ ਨੇ ਐਨੀਲੀਨ। ਕਿਹੜੇ ਕਿਹੜੇ ਅਸੀਂ ਇਹਦੇ ਵਿੱਚ ਰੀਏਜੈਂਟਸ ਐਡ ਕਰਾਂਗੇ ਜਾਂ ਕਿਹੜੇ ਕਿਹੜੇ ਰਿਐਕਟੈਂਟਸ ਹੋਣਗੇ, ਠੀਕ ਹੈ ਨਾ, ਜਿਹਦੇ ਵਿੱਚ ਅਸੀਂ ਐਡ ਕਰੀਏ ਤੇ ਸਾਡੇ ਕੋਲ ਕੀ ਪ੍ਰਪੇਅਰ ਹੋ ਜੇ, ਫਿਨੋਲ। ਦੈਟ ਇਜ਼ ਐਨੀਲੀਨ ਦੇ ਵਿੱਚ ਤੁਸੀਂ ਐਡ ਕਰੋਗੇ NaNO2 ਪਲੱਸ HCl, ਤਾਂ ਕੀ ਪ੍ਰਪੇਅਰ ਹੋਏਗਾ ਤੁਹਾਡੇ ਕੋਲੇ, ਡਾਈਜ਼ੋਨੀਅਮ ਸਾਲਟ, ਠੀਕ ਹੈ ਨਾ।
ਦੇਖੋ ਫਿਨੋਲ ਤਿਆਰ ਹੋ ਰਿਹਾ, ਜਾਂ ਤਾਂ ਇਹ ਤੋਂ ਡਾਇਰੈਕਟ ਕਰ ਲਓ, ਇਹ ਤੋਂ ਤਾਂ ਡਾਇਰੈਕਟ ਬਿਲਕੁਲ ਹੀ ਈਜ਼ੀ ਆ, ਹਾਈਡਰੋਲਿਸਿਸ ਕਰ ਦਿਓ, ਹਾਈਡਰੋਲਿਸਿਸ ਤੋਂ ਬਾਅਦ ਇੱਥੇ OH ਗਰੁੱਪ ਲੱਗ ਜੂਗਾ, ਬਟ ਅਸੀਂ ਡਾਇਰੈਕਟਲੀ ਐਨੀਲੀਨ ਤੋਂ ਕਨਵਰਟ ਕੀਤਾ ਗਾ ਕਿਹਨੂੰ, ਦੈਟ ਇਜ਼ ਅ ਫਿਨੋਲ ਨੂੰ। ਤਾਂ ਰੀਏਜੈਂਟਸ ਕੀ ਨੇ, ਅਗਰ ਐਗਜ਼ਾਮ ਦੇ ਵਿੱਚ ਤੁਹਾਨੂੰ ਇਹ ਦਿੱਤਾ ਹੋਇਆ NaNO2HCl ਪਾਇਆ, ਠੀਕ ਹੈ ਨਾ, ਤੇ ਇਹਨੂੰ X ਕਹਿਤਾ, ਇਹਨੂੰ Y ਕਹਿਤਾ, ਤਾਂ ਤੁਸੀਂ ਯਾਦ ਰੱਖਣਾ ਕਿ ਪਹਿਲਾਂ ਕੀ ਬਣੂਗਾ, ਡਾਈਜ਼ੋਨੀਅਮ ਸਾਲਟ, ਹਾਈਡਰੋਲਿਸਿਸ ਤੋਂ ਬਾਅਦ ਕੀ ਬਣੂਗਾ, ਫਿਨੋਲ। ਓਕੇ ਜੀ। ਨੈਕਸਟ ਹੈਗਾ ਫਰੋਮ ਗ੍ਰਿਗਨਾਰਡ ਰੀਏਜੈਂਟ। ਗ੍ਰਿਗਨਾਰਡ ਰੀਏਜੈਂਟ ਅਗੇਨ ਬੈਂਜ਼ੀਨ ਦੇ ਉੱਪਰ ਲਗਾਤਾ MgBr। ਸਭ ਤੋਂ ਪਹਿਲਾਂ ਤਾਂ ਸਾਨੂੰ ਉੱਪਰ ਚਾਹੀਦਾ OH, ਸਭ ਤੋਂ ਪਹਿਲਾਂ O ਲਾਉਣ ਦੀ ਕੋਸ਼ਿਸ਼ ਕਰਦੇ ਹਾਂ। O ਲੱਗੂਗਾ ਜੇਕਰ ਤੁਸੀਂ ਹਾਫ ਮੋਲੀਕਿਊਲ ਆਫ ਆਕਸੀਜਨ ਜਿਹੜਾ ਐਡ ਕਰਦੇ ਹੋ ਤਾਂ ਇੱਥੇ O ਆ ਜਾਂਦਾ, OMgBr। ਮੈਨੇ ਦੱਸਿਆ ਸੀਗਾ ਕਿ ਅਗਰ ਇਹ ਵਾਲਾ ਬੌਂਡ ਤੋੜਨਾ ਹੋਵੇ ਤਾਂ ਅਸੀਂ ਹਾਈਡਰੋਲਿਸਿਸ ਕਰ ਦਿੰਦੇ ਹੁੰਦੇ ਹਾਂ, ਤਾਂ ਬੌਂਡ ਟੁੱਟ ਜਾਂਦਾ, OH ਬਣ ਜੂਗਾ ਤੇ ਲਾਸਟ ਤੇ ਕੀ ਬਚੂਗਾ, MgBrOH। ਨੈਕਸਟ ਦੇਖ ਸਕਦੇ ਹੋ ਫਰੋਮ ਸੈਲਿਸਿਲਿਕ ਐਸਿਡ, ਠੀਕ ਹੈ ਨਾ। ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਸੈਲਿਸਿਲਿਕ ਐਸਿਡ ਦਾ ਫਾਰਮੂਲਾ ਕੀ ਹੁੰਦਾ ਹੈ। ਬੈਂਜ਼ੀਨ ਦੇ ਉੱਪਰ ਜਿਹੜਾ ਹੈ OH ਤੇ ਆਰਥੋ ਪੋਜੀਸ਼ਨ ਤੇ COOH, ਇਹ ਹੁੰਦਾ ਸੈਲਿਸਿਲਿਕ ਐਸਿਡ ਦਾ ਫਾਰਮੂਲਾ। ਤੁਹਾਨੂੰ ਕੀ ਹੋਊਗਾ, ਸੈਲਿਸਿਲਿਕ ਐਸਿਡ ਦੇ ਦੇਣਗੇ ਤੇ ਉੱਥੋਂ OH ਕੀ ਹੈਗਾ, ਇੱਥੇ NaOH ਪਾ ਦੇਣਗੇ, ਤੇ ਇਹਦੇ ਵਿੱਚ NaOH ਜਦੋਂ ਤੁਸੀਂ ਐਡ ਕਰੋਗੇ ਨਾ ਤਾਂ ਹੋਏਗਾ ਕੀ, ਇਹਨਾਂ ਦੋਨਾਂ ਦੇ ਵਿੱਚ ਜਿਹੜਾ ਹੈ ਮੇਨ ਰਿਐਕਸ਼ਨ ਹੋਏਗੀ, ਕੀ ਹੋਏਗਾ, COO ਕੀ ਹੈ, Na ਦੇ ਨਾਲ ਅਟੈਚ ਹੋ ਜਾਏਗਾ, ਤੁਸੀਂ ਦੇਖ ਸਕਦੇ ਹੋ, ਠੀਕ ਹੈ ਨਾ। ਫਿਰ ਅਸੀਂ ਕੀ ਕਰਨਾ, ਇੱਕ ਵਾਰੀ ਇਹ ਹੋਇਆ, ਫਿਰ ਅਸੀਂ ਦੁਬਾਰਾ ਜਿਹੜਾ ਹੈ 2NaOH ਜਾਂ ਤੁਸੀਂ ਕਹਿ ਸਕਦੇ ਹੋ, ਇਹ ਨਾ ਲਗਾਓ, 2 NaOH ਦੇ ਜਿਹੜੇ ਆਪਾਂ ਕਹਿ ਸਕਦੇ ਕੰਪਾਊਂਡ ਜਿਹੜੇ ਨੇ ਅਸੀਂ ਐਡ ਕੀਤੇ ਨੇ, ਹੋਏਗਾ ਕੀ, ਫਿਰ B ਜਿਹੜਾ ਸੋਡੀਅਮ, ਇਹ ਸਾਰਾ ਦਾ ਸਾਰਾ ਜਿਹੜਾ ਹੈ ਇਹ ਰਿਐਕਟ ਹੋ ਜਾਏਗਾ, ਇੱਥੋਂ ਵਾਟਰ ਬਣ ਜਾਏਗਾ, ਠੀਕ ਹੈ। ਤੇ ਜਿਹੜਾ ਬਾਕੀ NaO ਬਚੇਗਾ ਉਹ ਕੀ ਹੋਏਗਾ, NaO ਜਿਹੜਾ ਇਹ ਵਾਲਾ H ਹੈ, ਠੀਕ ਹੈ ਨਾ, ਇਹ H ਜਿਹੜਾ ਹੈਗਾ ਇੱਥੋਂ ਹਟ ਜਾਊਗਾ ਤੇ ਇੱਥੇ ਕੀ ਆ ਜਾਊਗਾ, Na, ਠੀਕ ਹੈ। ਤੇ OH ਜਿਹੜਾ ਇੱਥੋਂ O ਤੇ H ਹੈ, ਓਕੇ, ਰਿਮੂਵ ਹੋ ਜਾਣਗੇ ਤੇ ਇੱਥੇ ਕੀ ਬਣ ਗਿਆ, ਤੁਸੀਂ ਦੇਖ ਸਕਦੇ ਹੋ, ਆਹ ਚੀਜ਼ ਬਣ ਗਈ। ਇਸ ਤੋਂ ਬਾਅਦ ਕੀ ਬਣੂਗਾ, ਇਹਨੂੰ ਤੁਸੀਂ ਕੀ ਕਰ ਸਕਦੇ ਹੋ, ਇਹਦੀ ਹਾਈਡਰੋਲਿਸਿਸ ਕਰ ਦਿਓ, ਜਾਂ ਫਿਰ ਇਹਦੇ ਵਿੱਚ ਤੁਸੀਂ HCl ਐਡ ਕਰ ਦਿਓ। ਤੁਹਾਨੂੰ ਇੱਥੇ Na ਦੀ ਜਗ੍ਹਾ ਤੇ ਕੀ ਚਾਹੀਦਾ, H ਚਾਹੀਦਾ ਨਾ, ਤਾਂ HCl ਐਡ ਕਰ ਦਿਓ ਤੇ ਫਿਨੋਲ ਬਣ ਜਾਏਗਾ, ਠੀਕ ਹੈ। ਤਾਂ ਇਹ ਰਿਐਕਸ਼ਨ ਬਹੁਤ ਇੰਪੋਰਟੈਂਟ ਹੈ। ਸੈਲਿਸਿਲਿਕ ਐਸਿਡ ਤੋਂ ਤਾਂ ਸਿੱਧਾ ਹੀ ਜਿਹੜਾ ਹੈ ਤੁਸੀਂ ਫਿਨੋਲ ਤਿਆਰ ਕਰੋਗੇ। ਮੇਨ ਤੁਸੀਂ ਇਹ ਯਾਦ ਰੱਖਣਾ ਵੀ ਇਹਦੇ ਵਿੱਚ ਸਾਰੀ ਕਹਾਣੀ NaOH ਦੀ ਹੈ, NaOH ਐਡ ਕੀਤੇ ਹੋਣਗੇ ਤਾਂ ਤੁਸੀਂ ਕੀ ਤਿਆਰ ਕਰ ਸਕਦੇ ਹੋ, ਫਿਨੋਲ, ਠੀਕ ਹੈ। ਫਿਨੋਲ ਚੱਲ ਰਿਹਾ ਹੁਣ ਆਪਣਾ, ਕਨਵਰਟ ਸੈਲਿਸਿਲਿਕ ਐਸਿਡ ਟੂ ਫਿਨੋਲ, ਇਹ ਤਾਂ ਚਲੋ ਇੱਕ ਕੁਐਸਚਨ ਦੀ ਫਾਰਮ 'ਚ ਹੈ। ਨੈਕਸਟ ਦੇਖੋ, ਡੋਜ਼ ਪ੍ਰੋਸੈਸ, ਵੈਰੀ ਇੰਪੋਰਟੈਂਟ ਰਿਐਕਸ਼ਨ। ਐਗਜ਼ਾਮ 'ਚ ਜਾਂ ਤਾਂ ਤੁਹਾਨੂੰ ਰਿਐਕਸ਼ਨ ਦੇ ਦਿੱਤੀ ਜਾਊਗੀ, ਪੁੱਛਣਗੇ ਇਹ ਕਿਹੜੀ ਰਿਐਕਸ਼ਨ ਹੈ, ਇਹਦਾ ਨਾਮ ਦੱਸੋ, ਡੋਜ਼ ਪ੍ਰੋਸੈਸ, ਜਾਂ ਫਿਰ ਆਊਗਾ ਡੋਜ਼ ਪ੍ਰੋਸੈਸ ਦੇ ਵਿੱਚ ਮੇਨ ਜਿਹੜਾ ਹੈਗਾ ਰਿਐਕਟੈਂਟ ਕਿਹੜਾ ਹੁੰਦਾ, ਠੀਕ ਹੈ। ਉੱਪਰ ਵਾਲੀ ਰਿਐਕਸ਼ਨ 'ਚ ਵੀ ਆਪਾਂ NaOH ਐਡ ਕਰਿਆ ਸੀ, ਉਰੇ ਵੀ ਉਹੀ ਚੀਜ਼ ਹੈ, ਠੀਕ ਹੈ। ਹੁੰਦਾ ਕੀ ਹੈ, ਡੋਜ਼ ਪ੍ਰੋਸੈਸ ਦੇ ਵਿੱਚ ਅਸੀਂ ਕਲੋਰੋਬੈਂਜ਼ੀਨ ਤੋਂ ਫਿਨੋਲ ਤਿਆਰ ਕਰਦੇ ਹਾਂ। ਕਲੋਰੋਬੈਂਜ਼ੀਨ ਤੋਂ ਕੀ ਐਡ ਕੀਤਾ ਜਾਂਦਾ ਹੈ, NaOH। ਜੇ NaOH ਐਡ ਕਰੋਗੇ ਤਾਂ ਹੀ ਤਾਂ ਇੱਥੇ ਜਿਹੜਾ ਕਲੋਰੀਨ ਦੀ ਜਗ੍ਹਾ ਤੇ ਕੀ ਆ ਜਾਊਗਾ, O ਨੈਗੇਟਿਵ N ਪੋਜ਼ੀਟਿਵ, Na ਪੋਜ਼ੀਟਿਵ ਦੀ ਜਗ੍ਹਾ ਤੇ ਕੀ ਚਾਹੀਦਾ, H, ਫਿਰ HCl ਐਡ ਕਰ ਦਿਓ, 2-3 ਰਿਐਕਸ਼ਨ 'ਚ ਰਿਪੀਟ ਹੋ ਗਿਆ, ਠੀਕ ਹੈ ਨਾ ਸਟੈਪ, ਤੇ ਇੱਥੇ ਕੀ ਬਣ ਗਿਆ, ਫਿਨੋਲ, ਤੇ NaCl ਰਿਮੂਵ ਹੋ ਗਿਆ। ਸਮਝ ਆ ਗਈ ਨਾ। ਸੋ ਇਹਨੂੰ ਕਹਿੰਦੇ ਨੇ ਡੋਜ਼ ਪ੍ਰੋਸੈਸ। ਪੇਪਰ 'ਚ ਆ ਸਕਦਾ ਵੀ ਮੇਨ ਆਹ ਕਲੋਰੋ ਜਿਹੜਾ ਪੁੱਛਿਆ ਜਾ ਸਕਦਾ, ਕਲੋਰੋਬੈਂਜ਼ੀਨ। ਤੇ ਅੱਗੇ ਹੈਗਾ ਫਰੋਮ ਦਾ ਕਿਊਮੀਨ। ਕਿਊਮੀਨ ਤੋਂ ਕਿੱਦਾਂ ਕਰੋਗੇ, ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਊਮੀਨ ਹੁੰਦੀ ਕੀ ਹੈ, ਠੀਕ ਹੈ ਨਾ। ਕਿਊਮੀਨ ਦਾ ਜਿਹੜਾ ਫਾਰਮੂਲਾ ਆ ਰਿਹਾ, ਕਿਊਮੀਨ ਦਾ ਫਾਰਮੂਲਾ, ਓਕੇ। ਕਿਊਮੀਨ ਤੋਂ ਤੁਸੀਂ ਕਿਵੇਂ ਜਿਹੜਾ ਹੈ ਫਿਨੋਲ ਤਿਆਰ ਕਰੋਗੇ, ਇਹ ਕਿਊਮੀਨ ਹੈ। ਕਿਊਮੀਨ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਥੇ ਕਿਤੇ O2 ਨਹੀਂ ਦਿਖ ਰਿਹਾ, ਆਕਸੀਜਨ ਨਾਮ ਦੀ ਕੋਈ ਚੀਜ਼ ਨਹੀਂ ਦਿਖ ਰਹੀ, ਤਾਂ ਤੁਸੀਂ O2 ਐਡ ਕਰੋ। ਜਿਹੜਾ ਇਹ O2 ਹੈ ਇਹ ਇੱਥੇ ਆ ਕੇ ਐਡ ਹੋਊਗਾ, ਠੀਕ ਹੈ ਨਾ, ਆਹ ਤੁਸੀਂ ਦੇਖ ਸਕਦੇ ਹੋ, ਓਕੇ। ਫਿਰ ਕੀ ਹੋਊਗਾ, ਕਿਊਮੀਨ ਤੋਂ ਇਹ ਬਣ ਗਿਆ, ਇਹਦੇ ਵਿੱਚ ਹੁਣ ਤੁਹਾਨੂੰ ਚਾਹੀਦਾ ਵੀ ਤੁਸੀਂ ਉੱਪਰ ਲਾਉਣਾ OH, ਤਾਂ ਇਹਦੇ ਵਿੱਚ ਨਾ ਐਸਿਡ ਐਡ ਕਰ ਦਿਓ, ਸਲਫਿਊਰਿਕ ਐਸਿਡ, H2SO4, ਠੀਕ ਹੈ। H2SO4 ਜਦੋਂ ਤੁਸੀਂ ਐਡ ਕਰੋਗੇ ਤਾਂ ਸਿਰਫ ਜਿਹੜਾ OH ਹੈ ਇੱਥੇ ਬਚ ਜੂਗਾ, ਬਾਕੀ ਜਿਹੜਾ ਇਹ ਸਾਰਾ ਪੋਰਸ਼ਨ ਹੈ ਕੀ ਹੋ ਜੂਗਾ, ਰਿਮੂਵ ਹੋ ਜੂਗਾ, ਠੀਕ ਹੈ ਨਾ। ਤੇ ਇਹਦੇ ਨਾਲ ਕੀ ਹੈਗਾ, ਤੁਹਾਡੇ ਕੋਲੇ ਫਿਨੋਲ ਜਿਹੜੀ ਹੈ ਪ੍ਰਪੇਅਰ ਹੋ ਜੂਗੀ। ਪੇਪਰ 'ਚ ਫਾਰਮੂਲਾ ਵੀ ਪੁੱਛਿਆ ਜਾ ਸਕਦਾ ਵੀ ਕਿਊਮੀਨ ਦਾ ਫਾਰਮੂਲਾ ਕਿਹੜਾ, 4 ਫਾਰਮੂਲੇ ਦੇ ਦੇਣਗੇ, ਠੀਕ ਹੈ। ਕਿਊਮੀਨ ਤੁਸੀਂ ਯਾਦ ਰੱਖਣੀ ਹੈ ਵੀ ਇਹਦੇ ਵਿੱਚ 2 ਤਾਂ ਹੁੰਦੇ ਨੇ ਅਲਕਾਈਲ ਗਰੁੱਪ ਤੇ 1 ਹੁੰਦਾ ਹਾਈਡਰੋਜਨ ਗਰੁੱਪ, ਓਕੇ। ਇਹ ਆਪਣਾ ਨੋਟ ਕਰ ਲਿਓ, ਇਹ ਕਿਊਮੀਨ ਤੋਂ ਅਸੀਂ ਪ੍ਰਪੇਅਰ ਕਰ ਸਕਦੇ ਹਾਂ। ਨੈਕਸਟ ਹੈਗਾ ਰਸ਼ਿੰਗਸ ਪ੍ਰੋਸੈਸ। ਇਹ ਰਸ਼ਿੰਗਸ ਪ੍ਰੋਸੈਸ ਥੋੜਾ ਜਿਹਾ ਕੀ ਨਾ ਮੈਚ ਕਰ ਰਿਹਾ ਡੋਜ਼ ਪ੍ਰੋਸੈਸ ਨਾਲ, ਹੈ ਨਾ। ਰਸ਼ਿੰਗ ਜਿਹੜਾ ਪ੍ਰੋਸੈਸ ਹੈ ਇਹਦੇ ਵਿੱਚ ਵੀ ਕਲੋਰੋਬੈਂਜ਼ੀਨ ਤੋਂ ਹੀ ਅਸੀਂ ਅਲਕੋਹਲ ਪ੍ਰਪੇਅਰ ਕਰਦੇ ਹਾਂ। ਬਸ ਫਰਕ ਇਹ ਹੈ ਵੀ ਜਿਹੜਾ ਅਸੀਂ ਡੋਜ਼ ਪ੍ਰੋਸੈਸ ਕੀਤਾ ਸੀ ਉਹਦੇ ਵਿੱਚ ਅਸੀਂ NaOH ਵਗੈਰਾ ਯੂਜ਼ ਕਰਦੇ ਸੀ, ਇਹਦੇ ਵਿੱਚ ਅਸੀਂ ਕਲੋਰੋਬੈਂਜ਼ੀਨ ਦੀ ਸਿੰਪਲੀ 'ਚ ਵਾਟਰ ਐਡ ਕਰਕੇ, ਹੈ ਨਾ, ਤਾਂ ਆਪਣੇ ਕੋਲੇ ਫਿਨੋਲ ਤਿਆਰ ਕਰਾਂਗੇ।
ਤੇ ਕਲੋਰੋਬੈਂਜ਼ੀਨ ਇਹਨਾਂ ਨੇ ਇਹ ਵੀ ਦੱਸਿਆ ਵੀ ਕਿੱਥੋਂ ਬਣਦੀ ਆ, ਕਿਵੇਂ ਬਣਦੀ ਆ। ਰਸ਼ਿੰਗ ਪ੍ਰੋਸੈਸ ਦੇ ਅਕੋਰਡਿੰਗ ਜਿਹੜੀ ਕਲੋਰੋਬੈਂਜ਼ੀਨ ਹੈ ਉਹ ਬੈਂਜ਼ੀਨ ਤੋਂ ਹੀ ਬਣਦੀ ਹੈ। ਬੈਂਜ਼ੀਨ ਦੇ ਵਿੱਚ ਅਸੀਂ HCl ਤੇ O2 ਐਡ ਕਰਦੇ ਹਾਂ, ਠੀਕ ਹੈ ਨਾ, ਇਨ ਦੀ ਪ੍ਰੈਜ਼ੈਂਸ ਆਫ ਕਾਪਰ ਕਲੋਰਾਈਡ ਐਂਡ ਆਇਰਨ ਕਲੋਰਾਈਡ, ਠੀਕ ਹੈ। ਇਹਦੀ ਪ੍ਰੈਜ਼ੈਂਸ ਦੇ ਵਿੱਚ ਕਲੋਰੋਬੈਂਜ਼ੀਨ ਹੈ ਜਿਹੜਾ ਉਹ ਪ੍ਰਪੇਅਰ ਕੀਤਾ ਜਾਂਦਾ ਹੈ, ਠੀਕ ਹੈ। ਫਿਰ ਕਲੋਰੋਬੈਂਜ਼ੀਨ ਦੇ ਵਿੱਚ ਸਿੰਪਲੀ ਤੁਸੀਂ ਵਾਟਰ ਐਡ ਕਰ ਦਿਓ ਤੇ ਬਣ ਜਾਂਦਾ ਹੈ। ਪੇਪਰ 'ਚ ਮੇਨ ਤੁਸੀਂ ਇਹੀ ਯਾਦ ਰੱਖਣਾ ਹੈ ਵੀ ਰਸ਼ਿੰਗ ਪ੍ਰੋਸੈਸ ਵੀ ਕਲੋਰੋਬੈਂਜ਼ੀਨ ਤੋਂ ਹੀ ਸਟਾਰਟ ਹੁੰਦਾ ਹੈ। ਵਾਟਰ ਤੁਹਾਨੂੰ ਇੰਨਾ ਵੀ ਲਿਖਿਆ ਜਾ ਸਕਦਾ ਹੈ, ਆ ਰਿਐਕਸ਼ਨ ਲਿਖੀ ਹੋ ਸਕਦੀ ਹੈ, ਇੱਥੇ ਤੁਹਾਨੂੰ ਐਕਸ ਪਾ ਦੇਣਗੇ ਕਿ ਫਿਰ ਪੁੱਛਣਗੇ ਕਿ ਐਕਸ ਕੀ ਹੈ, ਓਕੇ। ਜਾਂ ਪੁੱਛਣਗੇ ਕਿ ਰਿਐਕਸ਼ਨ ਦੇ ਦੇਣਗੇ, ਜਾਂ ਪੁੱਛਣਗੇ ਕਿ ਰਸ਼ਿੰਗ ਪ੍ਰੋਸੈਸ ਹੈ, ਡੋਜ਼ ਪ੍ਰੋਸੈਸ ਹੈ, 2-3 ਰਿਐਕਸ਼ਨਸ ਦੇ ਨੇਮਿੰਗ ਰਿਐਕਸ਼ਨ ਦੇ ਦੇਣਗੇ, ਪੁੱਛਣਗੇ ਕਿਹੜਾ ਪ੍ਰੋਸੈਸ ਹੈ, ਓਕੇ। ਸੋ ਮੀਨਸ ਇੱਕ ਵਾਰੀ ਤੁਹਾਡਾ ਦੇਖਿਆ ਜਾ ਹੋਣਾ ਚਾਹੀਦਾ ਵੀ ਇਹਦੇ ਵਿੱਚ H2O ਹੈ, ਇਹਨੂੰ 2-3 ਵਾਰ ਰਿਵਾਈਜ਼ ਕਰੋ, ਇਹ ਆਪਣੇ ਆਪ ਜਿਹੜਾ ਲਰਨ ਹੋ ਜਾਂਦਾ, ਠੀਕ ਹੈ ਨਾ। ਸੋ ਅੱਜ ਦਾ ਜਿਹੜਾ ਟੌਪਿਕ ਸੀ ਉਹ ਪ੍ਰੈਪਰੇਸ਼ਨ 'ਤੇ ਹੀ ਸੀਗਾ। ਇੱਕ ਲੈਕਚਰ ਦੇ ਵਿੱਚ ਹੋਲ ਪ੍ਰੈਪਰੇਸ਼ਨ ਜਿਹੜੇ ਨੇ ਮੈਨੇ ਅਲਕੋਹਲ ਅਤੇ ਫਿਨੋਲ ਦੇ ਕਰਵਾ ਦਿੱਤੇ ਨੇ। ਹੁਣ ਅਸੀਂ ਗੱਲ ਕਰਾਂਗੇ ਨੈਕਸਟ ਪ੍ਰੋਪਰਟੀਜ਼ ਬਾਰੇ, ਠੀਕ ਹੈ ਨਾ। ਉਹ ਕੱਲ੍ਹ ਜਿਹੜਾ ਹੈ ਵੀਡੀਓ ਅਪਲੋਡ ਹੋ ਜਾਏਗੀ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਜ਼ਰੂਰ ਲਾਈਕ, ਕਮੈਂਟ, ਸ਼ੇਅਰ, ਸਬਸਕ੍ਰਾਈਬ ਸਾਰਾ ਕੁਝ ਕਰ ਦਿਓ, ਠੀਕ ਹੈ ਨਾ। ਅਤੇ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖ ਦਿਆ ਕਰੋ ਕਿ ਯੈਸ ਮੈਮ ਸਮਝ ਆ ਚੁੱਕੀ ਹੈ। ਅਤੇ ਆਪਣੇ ਨੋਟਸ ਜਿਹੜੇ ਨੇ, ਵੈਸੇ ਤਾਂ ਮੈਂ PDF ਜਿਹੜੀ ਹੈ ਲਿੰਕ ਸ਼ੇਅਰ ਕਰ ਦੂੰਗੀ ਡਿਸਕ੍ਰਿਪਸ਼ਨ ਦੇ ਵਿੱਚ, ਅਦਰਵਾਈਜ਼ ਤੁਸੀਂ ਮੇਰਾ ਟੈਲੀਗ੍ਰਾਮ ਗਰੁੱਪ ਵੀ ਜੁਆਇਨ ਕਰ ਸਕਦੇ ਹੋ, ਠੀਕ ਹੈ। ਇਹੀ ਨਾਮ 'ਤੇ ਬਣਿਆ ਹੋਇਆ ਸਟੱਡੀ ਫੋਰ ਐਲਵਸ ਬਾਏ ਰੂਬੀ, ਉਹਨੂੰ ਜੁਆਇਨ ਕਰੋ। ਉਹਦੇ ਵਿੱਚ ਮੈਂ PDF ਰੋਜ਼ ਦੀ ਰੋਜ਼ ਜਿਹੜੀ ਹੈਗੀ ਹੈ ਸੈਂਡ ਕਰਦੀ ਹਾਂ, ਠੀਕ ਹੈ ਨਾ। ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਿਓ। ਅਤੇ ਬਾਕੀ ਓਕੇ, ਫਿਰ ਕੱਲ੍ਹ ਮਿਲਦੇ ਹਾਂ ਨੈਕਸਟ ਜਿਹੜਾ ਹੈ ਲੈਕਚਰ ਦੇ ਨਾਲ। ਥੈਂਕ ਯੂ ਸਟੂਡੈਂਟ, ਥੈਂਕ ਯੂ ਅਲੋਟ।